कबीरा जब हम आए जगत में जग हंसे हम रोए, ऐसी करनी कर चले हम हंसे जग रोए। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਮਹਾਨ ਸ਼ਖਸੀਅਤ ਦੀ। ਵਿਦਿਅਕ ਸੰਸਥਾਵਾਂ ਦੇ ਬਾਬਾ ਬੋਰਡ, ਅਸੂਲ ਪ੍ਰਸਤ, ਅਨੁਸ਼ਾਸਨ ਪਸੰਦ, ਮਾਰਗਦਰਸ਼ਕ, ਇੱਕ ਬੇਦਾਗ ਸ਼ਖਸੀਅਤ, ਕਰਮਯੋਗੀ ਅਤੇ ਯੁਗ ਪੁਰਸ਼ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਲਗਭਗ 60 ਸਾਲ ਵਿਦਿਆ ਦੇ ਖੇਤਰ ਨੂੰ ਦਿੱਤਾ। ਅਸੀਂ ਗੱਲ ਕਰ ਰਹੇ ਹਾਂ ਪ੍ਰਿੰਸੀਪਲ ਸਰਦਾਰ ਕੁਲਦੀਪ ਸਿੰਘ ਗਿੱਲ ਦੀ। PES ਰਿਟਾਇਰਡ ਸੀਨੀਅਰ ਮੀਤ ਪ੍ਰਧਾਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫਰੀਦਕੋਟ, ਜੋ ਬੀਤੇ ਦਿਨੀ ਸੰਸਾਰਿਕ ਯਾਤਰਾ ਪੂਰੀ ਕਰ ਗੁਰੂ ਚਰਨਾਂ 'ਚ ਜਾ ਵਿਰਾਜੇ ਨੇ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਕੀਰਤਨ ਅਤੇ ਅੰਤਿਮ ਅਰਦਾਸ 19 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਗੋਦੜੀ ਸਾਹਿਬ, ਕੋਟਕਪੂਰਾ ਰੋਡ, ਫਰੀਦਕੋਟ ਵਿਖੇ ਹੋਈ। ਪ੍ਰਿੰਸੀਪਲ ਸਰਦਾਰ ਕੁਲਦੀਪ ਸਿੰਘ ਗਿੱਲ ਇੱਕ ਐਜੂਕੇਸ਼ਨਿਸਟ ਸੀ, ਜਿਨ੍ਹਾਂ ਦਾ ਮੰਨਣਾ ਸੀ ਕਿ ਵਿਦਿਆ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੈ। ਉਹਨਾਂ ਦੇ ਪੜ੍ਹਾਏ ਬੱਚੇ ਅੱਜ ਵਿਦੇਸ਼ਾਂ ਵਿੱਚ ਨਾਮਨਾ ਖੱਟ ਰਹੇ ਨੇ। ਪ੍ਰਿੰਸੀਪਲ ਸਾਹਿਬ ਇੱਕ ਕਰਮਯੋਗੀ ਇਨਸਾਨ ਸਨ। ਉਹਨਾਂ ਦੀ ਮਿਸਾਲ ਦੇਣਾ ਅਸੰਭਵ ਹੈ। ਪ੍ਰਿੰਸੀਪਲ ਸਾਹਿਬ ਅਸੂਲ ਪਸੰਦ ਸਨ, ਇਸ ਲਈ ਸਖਤ ਸਨ, ਪਰ ਉਸ ਦੇ ਨਾਲ-ਨਾਲ ਬੇਹੱਦ ਨਰਮ ਦਿਲ ਦੇ ਇਨਸਾਨ ਵੀ ਸਨ। ਸਰਦਾਰ ਕੁਲਦੀਪ ਸਿੰਘ ਗਿੱਲ ਦੀ ਅੰਤਿਮ ਅਰਦਾਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਤੇ ਉਹਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡਾਕਟਰ ਗੁਰਸੇਵਕ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿੰਦਗੀ ਦੇ ਬਹੁਤ ਜਿਹੜੇ ਹੈਗੇ ਆ ਪਲ ਉਹਨਾਂ ਦੇ ਨਾਲ ਗੁਜ਼ਾਰੇ ਔਰ ਉਹਨਾਂ ਦੀ ਸਿੱਖਿਆ ਤੋਂ ਤੁਸੀਂ ਭਲੀ ਭਾਂਤੀ ਵਾਕਿਫ ਸੀਗੇ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਦੇਖਿਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੈਲਿਊਜ਼ ਨੂੰ ਬੜਾਵਾ ਦਿੱਤਾ ਔਰ ਹਮੇਸ਼ਾ ਇੱਕ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਸਾਰਿਆਂ ਨੂੰ ਡਿਸਟ੍ਰੀਬਿਊਟ ਕੀਤੀ, ਕੀ ਕਹਿਣਾ ਚਾਹੋਗੇ? ਸਰ ਕੁਲਦੀਪ ਸਿੰਘ ਜੀ ਗਿੱਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੀ ਸੁਸਾਇਟੀ ਦੇ ਸੀ। ਕੋਈ 50 ਸਾਲ ਦੇ ਉਸ ਦਰਮਿਆਨ ਸਾਡੇ ਨਾਲ ਉਹ ਸੁਸਾਇਟੀ ਦੇ ਮੈਂਬਰ ਰਹੇ ਤੇ ਵਾਈਸ ਪ੍ਰੈਜ਼ੀਡੈਂਟ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਹੇ। ਇਸ ਦੌਰਾਨ ਅਸੀਂ 6 ਸਕੂਲ ਤੇ 4 ਇੰਸਟੀਟਿਊਸ਼ਨ ਕਾਲਜ ਟਾਈਪ ਦੇ ਅਸੀਂ ਖੋਲ੍ਹੇ, ਜਿਨ੍ਹਾਂ ਵਿੱਚ ਹਮੇਸ਼ਾ ਇਹਨਾਂ ਨੇ ਸਾਨੂੰ ਇੱਕ ਗੱਲ ਦੱਸੀ ਹੈ, ਇਮਾਨਦਾਰੀ ਦੱਸੀ ਤੇ ਮਿਹਨਤ ਕਰਨੀ ਦੱਸੀ ਹੈ। ਇਹਨਾਂ ਦੀ ਮਿਹਨਤ ਤੇ ਇਮਾਨਦਾਰੀ ਕਰਕੇ ਹੀ ਅਸੀਂ ਉਸੇ ਪੂਰਨਾ ਤੇ ਚੱਲਣਾ ਚਾਹੁੰਦੇ ਹਾਂ ਕਿ ਜੋ ਇਹਨਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਆ, ਅਸੀਂ ਉਹਨਾਂ ਤੇ ਚੱਲਦੇ ਰਹਿਣਾ ਚਾਹੀਦਾ ਸਾਨੂੰ। ਉਹ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਗਿੱਲ ਜੀ ਨੇ ਆਪਣੇ ਬੇਟੇ ਦੇ ਰੂਪ ਦੇ ਵਿੱਚ ਉਹੀ ਜਿਹੜੀ ਖੁਸ਼ਬੂ ਹੈਗੀ ਹੈ ਉਹੀ ਇਸ ਇਲਾਕੇ ਨੂੰ ਦਿੱਤੀ ਹੈਗੀ ਆ, ਜਿੱਦਾਂ ਉਹ ਵੀ ਉਹੀ ਸਿੰਪਲਿਸਿਟੀ, ਉਹੀ ਉਹਨਾਂ ਦੇ ਫੋਲੋਇੰਗਸ ਉਹਨਾਂ ਦੀਆਂ, ਔਰ ਉਸੇ ਤਰੀਕੇ ਦੇ ਨਾਲ ਹੀ ਇੱਕ ਨਮਾਨੇ ਸਿੱਖ ਹੋ ਕੇ ਉਹ ਵੀ ਸੇਵਾ ਕਰ ਰਹੇ ਨੇ। ਉਹਦੇ ਬਾਰੇ ਕੀ ਕਹਿਣਾ ਚਾਹੋ? ਅਸੀਂ ਪਹਿਲਾਂ ਉਹਨਾਂ ਨਾਲ ਸੇਵਾ ਰਲ ਕੇ ਕੰਮ ਕਰਦੇ ਸੀਗੇ। ਹੁਣ ਉਹਨਾਂ ਦੇ ਬੇਟੇ ਜਿਹੜੇ ਹੈਗੇ ਆ, ਸਾਡੀ ਇੱਕੋ ਹੀ ਬਸ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜੋ ਉਹਨਾਂ ਦੇ ਕੰਮ ਛੱਡੇ ਹੋਏ ਆ, ਅਸੀਂ ਸਰਜੀਤ ਸਿੰਘ ਗਿੱਲ ਨਾਲ ਰਲ ਕੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਹੈਗੇ ਆ ਜਾਂ ਉਹਨਾਂ ਦੇ ਕੰਮ ਅਧੂਰੇ ਛੱਡੇ ਆ, ਅਸੀਂ ਉਹਨਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੀਏ ਤੇ ਉਸੇ ਲਾਈਨ ਤੇ ਕੰਮ ਕਰੀਏ ਜਿਵੇਂ ਉਹਨਾਂ ਨੇ ਸਾਡੇ ਨਾਲ ਪਹਿਲਾਂ ਕਰਦੇ ਰਹੇ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਤੁਸੀਂ ਸਾਰੇ ਜਾਣੇ ਜਿਹੜੇ ਵੀ ਪੁਰਾਣੇ ਸੇਵਕ ਹੋ, ਜਿਹੜੇ ਪੁਰਾਣੇ ਸੇਵਾ ਕਰ ਰਹੇ ਹੋ, એનર્ਜੀ ਲੈਵਲਸ ਤੁਹਾਡੇ, ਇਸ ਦੀ ਕੋਈ ਲਿਮਿਟ ਨਹੀਂ ਹੈ ਤੁਹਾਡੇ ਵਿੱਚ એનર્ਜੀ ਲੈਵਲ, ਹਿੰਮਤ, ਜਿਸ ਮਿਹਨਤ ਦੇ ਨਾਲ ਇਹ ਸੋਚੀਏ ਕਿ ਵਧਾਵਾ ਵੀ ਜਿਹੜਾ ਵਾਹਿਗੁਰੂ ਉਹਨਾਂ ਬੰਦਿਆਂ ਨੂੰ ਦਿੰਦਾ ਜਿਹੜੇ ਬੰਦੇ ਸੇਵਾ ਦੇ ਵਿੱਚ ਹੁੰਦੇ ਆ, ਜਿਹੜੇ ਬੰਦੇ ਪੋਜ਼ਿਟਿਵਿਟੀ ਨਾਲ ਚੱਲਦੇ ਆ। ਤੇ ਇਹ ਜਿਹੜੀ ਸੰਸਥਾਵਾਂ ਜਿਹੜੀਆਂ ਚੱਲੀਆਂ ਦਸ਼ਮੇਸ਼ ਪਿਤਾ ਦੇ ਨਾਮ ਦੇ ਉੱਪਰ, ਜਿਨ੍ਹਾਂ ਦੇ ਵਿੱਚ ਅੱਜ 16,000 ਦੇ ਕਰੀਬ ਜਿਹੜੇ ਬੱਚੇ ਹੈਗੇ ਆ ਉਹ ਵਿਦਿਆ ਦਾ ਦਾਨ ਲੈ ਰਹੇ ਨੇ, ਔਰ ਇਹ ਦਾਨ ਦੇ ਰੂਪ ਦੇ ਵਿੱਚ ਇਹਨਾਂ ਨੇ ਕਮਰਸ਼ੀਅਲਾਈਜੇਸ਼ਨ ਨਹੀਂ ਕੀਤੀ। ਕੋਵਿਡ ਦਾ ਮਾੜਾ ਪੀਰੀਅਡ ਆਇਆ, ਉਸ ਟਾਈਮ ਦੇ ਉੱਤੇ ਵੀ ਆਪਣੇ EMPLOYEES ਨੂੰ ਬਿਲਕੁਲ ਤੰਗ ਨਹੀਂ ਕੀਤਾ, ਪੇਰੈਂਟਸ ਦੇ ਨਾਲ ਕੰਧੇ ਨਾਲ ਕੰਧਾ ਮਿਲਾਇਆ। ਜਿਵੇਂ ਪੇਰੈਂਟਸ ਕਹਿੰਦੇ ਸੀ, ਮੈਨੇਜਿੰਗ ਕਮੇਟੀ ਦਾ ਇਹ ਸੀਗਾ ਵੀ ਚਾਹੇ ਅਸੀਂ ਆਪਣੀਆਂ ਜੇਬਾਂ ਦੇ ਵਿੱਚੋਂ ਸਾਰੇ ਲੋਕ ਜਿਹੜੇ ਪੈਸੇ ਪਾ ਲਈਏ, ਲੇਕਿਨ ਕਿਸੇ ਵੀ ਬੱਚੇ ਨੂੰ ਜਾਂ ਉਹਦੇ ਪੇਰੈਂਟਸ ਨੂੰ ਇਸ ਔਖੇ ਪੈਂਡੇਮਿਕ ਦੇ ਵਿੱਚ ਤੰਗ ਨਹੀਂ ਕਰਨਾ। ਇਹ ਬਿਲਕੁਲ ਤੁਹਾਡੀ ਕਿਹਾ ਠੀਕ ਹੈ ਕਿ ਅਸੀਂ ਜਿਸ ਦੌਰਾਨ ਕੋਵਿਡ ਦੇ ਦੌਰਾਨ ਵੀ ਕਿਸੇ ਨੂੰ ਅਸੀਂ ਤੰਗ ਨਹੀਂ ਕੀਤਾ। ਅਸੀਂ ਕੋਸ਼ਿਸ਼ ਸਾਡੀ ਰਹੀ ਹੈ ਕਿ ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ ਉਹਨਾਂ ਕੋਲ ਅਸੀਂ ਨਹੀਂ ਲਈ। ਅਸੀਂ ਸਟਾਫ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ। ਅਸੀਂ ਇਸ ਜੋ ਇੰਸਟੀਟਿਊਸ਼ਨ ਚਲਾਏ ਆ, ਸਾਰੇ ਸਾਡੇ ਜਿਹੜੇ ਮੈਂਬਰ ਹੈਗੇ, ਬੜੇ ਸੀਨੀਅਰ ਮੈਂਬਰ ਸਾਡੇ ਨਾਲ ਜੁੜੇ ਹੋਏ ਆ। ਸਾਡੀ ਕੰਮ ਕਰਨ ਨਾਲ ਸਾਨੂੰ ਸੋ ਜੋਸ਼ ਮਿਲਦਾ ਕੰਮ ਕਰਨ ਨਾਲ ਕਿ ਅਸੀਂ ਕੋਈ ਸੇਵਾ ਦਾ ਕੰਮ ਕਰ ਰਹੇ ਹਾਂ। ਜੋ ਸੇਵਾ ਅਸੀਂ ਕਰ ਰਹੇ ਹਾਂ, ਮੇਰੇ ਖਿਆਲ ਜਿਵੇਂ ਗੁਰਦੁਆਰੇ ਸੇਵਾ ਹੁੰਦੀ ਹੈ, ਇਮਾਨਦਾਰੀ ਨਾਲ ਹੁੰਦੀ ਹੈ, ਉਸੇ ਇਮਾਨਦਾਰੀ ਨਾਲ, ਉਸੇ ਭਾਵ ਨਾਲ ਅਸੀਂ ਇਸ ਇੰਸਟੀਟਿਊਸ਼ਨਾਂ 'ਚ ਵੀ ਉਵੇਂ ਹੀ ਕਰਦੇ ਹਾਂ ਜਿਵੇਂ ਅਸੀਂ ਗੁਰਦੁਆਰੇ ਸੇਵਾ ਕਰਦੇ ਹਾਂ। ਔਰ ਜਿਸ ਤਰੀਕੇ ਨਾਲ ਹੁਣ ਹਸਪੀਟਲ ਨੂੰ ਤੁਸੀਂ ਪੂਰਾ ਚੱਕ ਰਹੇ ਹੋ, ਉਹਦੇ ਵਿੱਚ ਸਾਰੀਆਂ ਸਰਜਰੀਆਂ, ਹਾਰਟ ਦੀਆਂ, ਹੋਰ ਜਿਹੜਾ ਹੈਗਾ ਸਿਸਟਮ ਲੈ ਕੇ ਆ ਰਹੇ ਹੋ ਨਵਾਂ,
ਕਿ ਕਈ ਵਾਰ ਡੈਂਟਲ ਦੇ ਵਿੱਚ ਤਾਂ ਸੇਵਾਵਾਂ ਹੈਗੀਆਂ ਉਹਦੇ ਨਾਲ ਜਨਰਲ ਹਸਪੀਟਲ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਮਲਟੀ ਸਪੈਸ਼ਲਿਟੀ ਦੇ ਰੂਪ ਦੇ ਵਿੱਚ ਹੈ ਹੀ ਹੁਣ, ਲੇਕਿਨ ਇਹਨੂੰ ਹੋਰ ਵੀ ਜ਼ਿਆਦਾ ਇਹਦੇ ਉੱਤੇ ਜ਼ਿਆਦਾ ਐਮਫਸਾਈਜ਼ ਕੀਤਾ ਜਾਊਗਾ। ਬਿਲਕੁਲ ਠੀਕ ਹੈ। ਅਸੀਂ ਹਸਪਤਾਲ ਦੇ ਵਿੱਚ ਸਰਜਨ ਵੀ ਸਾਡੇ ਕੋਲ ਅਵੇਲੇਬਲ ਹੈਗਾ, ਮੈਡੀਸਨ ਵਾਲੇ ਬੰਦੇ ਵੀ ਹੈਗੇ ਆ। ਹੁਣ ਅਸੀਂ ਨਵਾਂ ਡਾਇਲਿਸਿਸ ਮਸ਼ੀਨ ਲਾਈ ਹੈ, ਸਾਡੇ ਕੋਲ ਹਾਰਟ ਸਪੈਸ਼ਲਿਸਟ ਆ ਰਹੇ ਆ। ਸਾਡੀ ਇਹ ਕੋਸ਼ਿਸ਼ ਹੈ ਕਿ ਇਸ ਏਰੀਆ ਦੇ ਵਿੱਚ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਬਣਾਇਆ ਜਾਵੇ। 100 ਬੈੱਡ ਹਸਪੀਟਲ ਸਾਡਾ ਆਲਰੇਡੀ ਚੱਲ ਰਿਹਾ ਹੈ, ਪਰ ਸਾਨੂੰ ਡਾਕਟਰਾਂ ਦੀ ਸ਼ਾਰਟੇਜ ਕਰਕੇ ਥੋੜਾ ਪ੍ਰੋਬਲਮ ਆਈ ਸੀ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨੂੰ ਪੂਰੇ ਮਲਟੀ ਸਪੈਸ਼ਲਿਟੀ ਬਣਾਈਏ ਅਤੇ ਇਸ ਏਰੀਏ ਦੇ ਵਿੱਚ ਇੱਕ ਨਵਾਂ ਤਰ੍ਹਾਂ ਦਾ, ਜਿਸ ਤਰ੍ਹਾਂ ਅਸੀਂ ਦੂਜੇ ਇੰਸਟੀਟਿਊਸ਼ਨ ਚਲਾਏ ਆ, ਉਸੇ ਤਰ੍ਹਾਂ ਇਹ ਹਸਪੀਟਲ ਦਿਸ਼ਵੇਸ਼ ਹਸਪੀਟਲ ਵੀ ਉਸੇ ਤਰ੍ਹਾਂ ਸਾਡਾ ਚੱਲਦਾ ਰਹੇ। ਮੈਂ ਅੱਗੇ ਵੀ ਇੱਕ ਵਾਰ ਗੱਲ ਕਹੀ ਸੀ, ਚੰਗਾ ਸਪੀਕਰ ਹੋਣਾ, ਵਕਤਾ ਹੋਣਾ ਇੱਕ ਬੜੀ ਸਿਫਤ ਦੇ ਗੁਣ ਸਮਝਿਆ ਜਾਂਦਾ ਵਿਅਕਤੀ ਦੇ ਵਿੱਚ। ਲੇਕਿਨ ਮੈਂ ਦੂਜੀ ਗੱਲ ਦਾ ਵੀ ਕਾਇਲ ਹੈ ਕਿ ਚੰਗਾ ਸਰੋਤਾ ਹੋਣਾ ਉਦੋਂ ਵੀ ਵੱਡੀ ਗੱਲ। ਕਿਸੇ ਦੀ ਗੱਲ ਚੰਗੀ ਲੱਗੇ ਮਾੜੀ ਲੱਗੇ, ਉਸ ਨੂੰ ਪੇਸ਼ੈਂਸ ਨਾਲ ਸੁਣਨਾ ਇੱਕ ਬਹੁਤ ਇਨਸਾਨ ਦੇ ਵਿੱਚ ਉੱਤਮ ਗੁਣ ਸਮਝਿਆ ਜਾਂਦਾ। ਸੋ ਮੈਂ ਬੇਨਤੀ ਕਰੂੰਗਾ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਕਿ ਸੁਣਨ ਲਈ ਵੀ ਥੋੜ੍ਹਾ ਬਹੁਤਾ ਸਬਰ, ਸੰਤੋਖ ਔਰ ਕਿਸੇ ਦੀ ਗੱਲ ਨੂੰ ਸੁਣ ਕੇ ਧਿਆਨ ਨਾਲ ਤੇ ਚੰਗੀ ਲੱਗੇ ਅਮਲ ਕਰਨਾ, ਨਹੀਂ ਤਾਂ ਫਿਰ ਚਲੋ ਹੱਲ ਕਰਨਾ। ਇਹ ਗੱਲ ਬੜੀ ਜ਼ਰੂਰੀ ਹੁੰਦੀ ਹੈ। ਫੰਕਸ਼ਨ ਦੇ ਸੰਬੰਧ ਵਿੱਚ ਮੈਂ ਬੜੀ ਗੱਲ ਕਹਿਣ ਲੱਗਾ ਵੀ ਕਾਰਡ ਤੇ ਲਿਖਿਆ श्री कुलदीप सिंह गिल चीफ गेस्ट। मैं महसूस हो रहा है मैं आपके घर गेस्ट में हो गया। I am a part and parcel of all these institutions, so my association is next to one person, that Karnail Singh Road। तो मैं अद्धी सदी तो इन संस्थावां दे नाल जुड़िया होया हाँ। मैं गेस्ट नहीं हो सकता, मैं सेवादार ही हो सकता। सो मैनू इस गल का माण भी है, छली भी है, फखर भी है कि मैं जो मेरे समर्था सी, जिन्नी मेरी बुद्धि सी, उस अनुसार मैं इन संस्थावां की सेवा कर सकें। बहुत ही खस्ता हालत दे विच किसी इंस्टीट्यूशन च मैं प्रवेश किया सी। बैठा हौसला भी हार रहा सी भी कितने पंगा ले लिया। एक दोस्त आया, उन्होंने मेरी हौसला अफजाई करती, मैं टिक गया। वो एक 78 का दिन मैं ताज जिंदगी भुल नहीं सकता। सो मैं एक 78 तो इन संस्थावां नाल जुड़िया। मेरा कोई विशेष देन नहीं हो सकती। As an educationist मैं सिर्फ एक सुझाव दिंदा, जो काम मिलता वो तनदेही ना करता। मैनू इस सेवा के बेशाबा मान मिले। मैं विद्यार्थियों को एक गल कहनी चाहना, कोई भी काम करो वो खुद के करो, दिल ला के करो। तुसी डेंटल डॉक्टर बनने लिए आए हो, डॉक्टर साहब ने जिम्मे दसिया साड़ी कोशिश है कि थोड़ा उत्तम दर्जे दी फैसिलिटी पैदा करके दित्ती गई। असीं इत्थों तक कि बसां ते डॉक्टरों भी ले जाने, पिंडां च जाने, कैंप लाने, असीं उत्थे जाके सेवा करते हैं ताकि साडे बच्चों नूं प्रैक्टिस लई डेंटल असल मटीरियल जिहड़ा मरीज है वो मिले। सो डॉक्टर साहब ने बड़े विस्तार दसी है। तो फंक्शन का नाम है परिचय। मैं उसके संबंध में भी एक गल कहूँगा, बहुत ही वधिया उद्यम ते बहुत ही अच्छी अप्रोच है। अगे रैगिंग होंदी सी, बेशर्मी तक जाती सी गल, और इस तरह परिचय करना, परिचय करवाना
एक उत्तम दर्जे की मैं समझा पहल। बच्चे आते हैं, किसी ने कोई आइटम पेश किया, किसी ने कोई पेश किया, सारे की इंट्रोडक्शन। जोड़े सीनियर है उन्होंने भी बड़े मान वाली गल होंगी है कि उन्होंने रिस्पैक्टफुली इतने एड्रैस करते हैं और उन्होंने इज्जत करते इतने। और सीनियर वो रैगिंग वाला काम छड्ड के हुण इन्हों गाइड करने में लगे। ये एक वधिया स्टैप है, मैं समझदा पढ़ाई पक्षों भी ये बहुत लाभदायक होया। सो मैं उमरसी का आदमी है जो गुरबाणी है नैरों नीर वह अनकीना भय केस दुधवाणी रुद्रा कंठ शब्द नहीं उतरा। अब क्या करे प्राण, जदों वडेरी उम्र हो जाती है, अखां चों पानी वगदा, खाना जो बरकत नहीं रही, केस चिट्टे हो जाते हैं, गले चो गल नहीं निकलती, तो बंदा की करे। मेरी उस दी बनी है रनिंग 88, मेरे को बहुत गल्लां होंदियां हैं, लेकिन मेरी एक भावनात्मक कशिश है, एक इस किस्म की खिच है कि मैं बावजूद माड़ी सेहत भी जदों भी मैं कॉलेज वालों किसी को संस्था वालों कॉल आती है तो मैं जरूर पहुँचना। मैनू इवें जो लगता रहता हर वक्त भी जिमें करनैल सिंह डोट का जन्मदाता सन जिन्होंने पहली प्लानिंग कमेटी बनाई, तो मैं उन्होंने वारस बन के अज तक जो उन्होंने ये बूटा खालसा स्कूल लाया सी वो वादा फुला अज कितों तक पड़ गया। 13 किस्म दियाँ इतने कोर्स चल रहे हैं, 6 स्कूल ने, 5-6 कॉलेज ने। तो ये कोई छोटी अचीवमेंट नहीं है। इसका नुकता एक ही है, सैल्फलैस सर्विस। मत आस रखो किसी चीज़ की, जे सही बने किसी संस्था की सेवा करनी है तो निष्काम होकर करो, अपना कीमती टाइम दो। मैं हूँ प्रशंसा करदा डॉक्टर गुरसेवक सिंह होरां दी, एक प्रैक्टिशनर होने के नाते जदों भी कॉल आती है वो टाइम कट के आते हैं। स्वरनजीत सिंह ही रिटायर्ड फ्रॉम बैंक सर्विस, साल तो सदा ही तुहाडे नाल रहिंदे हैं। तो इस किस्म की प्रबंधक कमेटी हरेक थां है नहीं। इत्थे बैठे होंगे कई सज्जन जिन्होंने होरना संस्थावां दे विच भी शायद कोई सर्विस की होवे, उन्होंने साडा ते उन्हां दे अंतर दा ज्ञान हो जाएगा। तो दोस्तों ते बच्चों, मैं तो परफॉर्मर नूं शाबाश दिना जिन्होंने ऑर्गेनाइज किया, उन्होंने उद्यम की बहुत बहुत एप्रीसीएशन। तो बहुत ही शब्द ना कहना होगा, खिमा का जात खां। सो वाहिगुरू करे थोड़े सारे इन्नी बरकत, इन्नी बुद्धि ते इन्नी विरता बख्शे कि तुसीं समाज में भी उच्चे दर्जे प्राप्त करो, तो सेवा करो और इन संस्थावां की देख रेख में बहुत वधिया काम करो। थैंक यू।
ਮਹਾਮਾਰੀ ਦੇ ਦੌਰ ਦੇ ਵਿੱਚ ਵੀ ਪ੍ਰਿੰਸੀਪਲ ਸਾਹਿਬ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਥਾਂ ਥਾਂ ਤੇ ਆਕਸੀਜਨ ਦੇ ਲੰਗਰ ਲਗਵਾਏ ਗਏ। ਸਰ ਜਿਹੜਾ ਆਕਸੀਜਨ ਦਾ ਲੰਗਰ ਸਟਾਰਟ ਹੋਇਆ ਦਸ਼ਮੇਸ਼ ਕਾਲਜ ਦੇ ਵਿੱਚ ਨਿਸ਼ਕਾਮ ਸੇਵਾ ਨਾਲ ਮਿਲ ਕੇ, ਜਿਹਦਾ ਉਦਘਾਟਨ ਡੀ ਸਾਹਿਬ ਨੇ ਕੀਤਾ, ਔਰ ਇਹ ਸੰਸਥਾ ਜਿਹੜੀ ਹਮੇਸ਼ਾ ਸੇਵਾ ਦੇ ਵਿੱਚ ਪਹਿਲ ਕਰਦੀ ਹੈਗੀ ਆ। ਹੁਣ ਇਸ ਕਰੋਨਿਕ ਜਿਹੜਾ ਟਾਈਮ ਹੈਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਕੋਵਿਡ-19 ਕਰਕੇ ਆਕਸੀਜਨ ਦੀ, ਉਹਦਾ ਲੰਗਰ ਜਿਹੜਾ ਇੱਥੇ ਸਟਾਰਟ ਹੋਇਆ, ਅੱਜ ਤੁਸੀਂ ਉਹਦਾ ਉਦਘਾਟਨ ਕਰਾਇਆ, ਕੀ ਕਹਿੰਦੇ? ਅਸੀਂ ਸਦਾ ਹੀ ਲੋਕਾਂ ਦੀ ਸੇਵਾ 'ਚ ਸਮਝੇ। ਜਿੱਦਾਂ ਦਾ ਅਸੀਂ ਡੈਂਟਲ ਕਾਲਜ ਖੋਲ੍ਹਿਆ, ਅਸੀਂ ਰੂਰਲ ਏਰੀਏ 'ਚ ਵੀ ਆਪਦੇ ਵੇਖੋ ਸੈਂਟਰ ਖੋਲ੍ਹੇ ਹੋਏ। ਅਸੀਂ ਸਦਾ ਹੀ ਇਸ ਕੰਮ 'ਚ ਵੀ ਲੋਕਾਂ ਦਾ ਭਲੇ ਵਾਸਤੇ ਕਰਨਾ। ਇਹ ਹੁਣ ਅਸੀਂ ਸਾਡੇ ਕੋਲ ਕੰਸਨਟਰੇਟਰ ਆਏ ਹੈ, ਇਹ ਕੰਸਨਟਰੇਟਰ ਅਸੀਂ ਦੇਣੇ ਆ ਲੋਕਾਂ ਨੂੰ, ਉਹਨਾਂ ਨੂੰ ਜਿਹੜੇ ਆ ਤਕਲੀਫ ਦੇ ਵਿੱਚ ਹੈਗੇ। ਇਹ ਠੀਕ ਹੈ, ਇਹਦੇ ਵਿੱਚ ਉਹਨਾਂ ਨੂੰ ਜਿਹਨੇ ਸਾਡੇ ਤੇ ਡਾਕੂਮੈਂਟਸ ਦੇਣਗੇ, ਅਪਲਾਈ ਕਰਨਗੇ, ਗਰੰਟੀ ਦੇਣਗੇ, ਕਿਉਂਕਿ ਵਾਪਸ ਵੀ ਆਉਣਾ ਹੁੰਦਾ। ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਇਹ ਸਪਲਾਈ ਕਰਾਂਗੇ ਵਿਦਆਊਟ ਐਨੀ ਚਾਰਜਿੰਗ ਨਹੀਂ। ਸਾਡੀ ਕੋਈ ਸਾਡਾ ਅਸੀਂ ਉਹਨਾਂ ਤੋਂ ਲੈਣਾ ਨਹੀਂ। ਸਿਰਫ ਸਾਡਾ ਇਹ ਹੈ ਵੀ ਉਹ ਜਦੋਂ ਯੂਜ਼ ਕਰ ਲੈਣ ਤੋਂ ਉਹਦੇ ਇਸੇ ਦਿਸ਼ਾ ਵਿੱਚ, ਇਸੇ ਕੰਡੀਸ਼ਨ 'ਚ ਸਾਨੂੰ ਵਾਪਸ ਆ ਜਾਵੇ। ਵੀ ਇਹ ਸਾਡਾ ਮੰਤਵ ਹੈ। ਇਹ ਸਾਡੇ ਕੋਲ 5 ਹੈਗੇ ਹੈ। ਐਦਲਾਂ ਗੈਰ ਲੋਕਾਂ ਨੂੰ ਜ਼ਰੂਰਤ ਹੈ ਅਤੇ ਅਸੀਂ ਉਹਨਾਂ ਦੀ ਜ਼ਰੂਰਤ ਪੂਰੀ ਕਰ ਸਕਦੇ ਹਾਂ। ਅਸੀਂ ਸਦਾ ਹੀ ਤਤਪਰ ਰਹਾਂਗੇ, ਰੈਡੀ ਰਹਾਂਗੇ, ਸੇਵਾਵਾਂ ਪ੍ਰੋਵਾਈਡ ਕਰਾਂਗੇ। ਸਰ, ਜਿਸ ਤਰੀਕੇ ਦੇ ਨਾਲ ਇਹ ਜਿਹੜੀ ਭਾਊ ਜਿਹੜਾ ਸੰਸਥਾ ਹੈਗੀ ਆ, ਜਿਸ ਨੇ ਪਹਿਲਾਂ ਵਿੱਦਿਆ ਦਾ ਦਾਨ ਸ਼ੁਰੂ ਕੀਤਾ, ਉਸ ਤੋਂ ਬਾਅਦ ਵਿੱਚ ਹਾਇਰ ਵਿੱਦਿਆ ਦਾ ਦਾਨ ਸ਼ੁਰੂ ਕੀਤਾ, ਉਸ ਤੋਂ ਬਾਅਦ ਡੈਂਟਲ ਕਾਲਜ, ਔਰ ਹੁਣ ਜਿਹੜੀਆਂ ਹੈਗੀਆਂ ਲੋਕਾਂ ਦੇ ਹਿੱਤ ਦੀਆਂ ਸੇਵਾਵਾਂ ਜਿਹੜੀਆਂ ਹਮੇਸ਼ਾ ਇਹ ਸੰਸਥਾ ਕਰਦੀ ਰਹਿੰਦੀ ਹੈਗੀ ਆ, ਕੀ ਕਹਿੰਦੇ? ਇਹਦਾ ਗੱਲ ਸੁਣੋ, ਜੇ ਹੁਣ ਮੈਂ ਤੁਹਾਨੂੰ ਲੰਬੀ ਗੱਲ ਦੱਸਾਂ ਤਾਂ ਇਹ ਇੱਕ ਮਹਾਨ ਸਿੱਖ ਜੋ ਸੇਵਾਦਾਰ ਸੀਗਾ, ਸੰਗਤ ਸਾਹਿਬ ਭਾਈ ਫਿਰੂਜ਼ ਸਿੱਖ ਐਜੂਕੇਸ਼ਨਲ ਸੁਸਾਇਟੀ ਹੈ। ਸੋ ਜਿਹੜਾ ਮਹਾਨ ਸਿੱਖ ਸੀ, ਉਹਦੀ ਸਰਪ੍ਰਸਤੀ ਹੇਠ ਜਾਂ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਪਿੰਡ ਭਾਈ ਫਿਰੂਜ਼ ਦੇ ਵਿੱਚ ਸੰਸਥਾ ਚੱਲਦੀ ਸੀ। ਪਾਕਿਸਤਾਨ ਵੰਡ ਤੋਂ ਬਾਅਦ ਸਕੂਲ ਸੀ ਜਿਹੜਾ ਉਹ ਇੱਥੇ ਅਸੀਂ ਖੋਲ੍ਹਿਆ। ਇਹ ਸਕੂਲ ਤੋਂ ਬਾਅਦ ਅਸੀਂ 6 ਸਕੂਲ ਅਤੇ 4 ਸਾਡੇ ਕਾਲਜ ਅੱਜ ਕੱਲ੍ਹ ਚੱਲਦੇ ਆ, ਜਿਨ੍ਹਾਂ ਦੇ ਵਿੱਚ 2 ਹੋਰ ਵੀ ਕੋਰਸ ਚੱਲ। ਅਸੀਂ ਪਿੱਛਾ ਭੌਂਕੇ ਨਹੀਂ ਵੇਖਿਆ, ਜਿਉਂ ਸਾਨੂੰ ਮਤਲਬ ਇਹ ਸੇਵਾ ਪਰਮਾਤਮਾ ਨੇ ਬਖਸ਼ੀ ਹੈ, ਕਿਉਂਕਿ ਸਾਡਾ ਜੋ ਪਿਛੋਕੜ ਹੈ ਉਹ ਸੇਵਾ ਵਾਲਾ ਹੈ ਅਤੇ ਸੇਵਾ ਹੀ ਅਸੀਂ ਕਰਦੇ ਰਹਿਣਾ। ਅਜੇ ਵੀ ਅਸੀਂ ਜੋ ਸਾਡੇ ਕੋਲੋਂ ਹੋ ਸਕਦਾ ਲੋਕਾਂ ਦੇ ਭਲੇ ਲਈ ਅਸੀਂ ਕਰਦੇ ਹਾਂ। ਹਰ ਸਾਲ ਡੈਂਟਲ ਕੈਂਪ ਲਾਉਣੇ ਆ, ਹਸਪਤਾਲ ਅਸੀਂ ਰੱਖ ਛੱਡੇ ਆ, ਹਾਲਾਂਕਿ ਸਾਨੂੰ ਲੋੜ ਨਹੀਂ, ਫਿਰ ਵੀ ਅਸੀਂ ਜੋ ਵੀ ਸਾਡੇ ਕੋਲ ਦੁਖਿਆ ਹੁੰਦਾ ਅਸੀਂ ਉਹਦੀ ਯਥਾ ਸਮਰੱਥ ਔਰ ਯਥਾ ਲੋੜ ਉਹਦੀ ਮਦਦ ਕਰਦੇ ਹਾਂ, ਉਹਦਾ ਇਲਾਜ ਕਰਦੇ ਹਾਂ। ਜਿਹੜੇ ਸਾਡੇ ਕੋਲ ਕੈਂਪ ਦੇ ਵਿੱਚ ਰਖਾਉਂਦੇ ਆ, 2000 ਆ ਜਾਏ, 4000 ਆ ਜਾਏ, ਅਸੀਂ ਉਹਨਾਂ ਦੀ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਅਸੀਂ ਉਹਨਾਂ ਦਾ ਬਿਲਕੁਲ ਯਥਾ ਜੋ ਉਹਨਾਂ ਦਾ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਅਸੀਂ ਉਹਨਾਂ ਦਾ ਇਲਾਜ ਕਰਦੇ ਰਹਿੰਦੇ ਹਾਂ। ਦੇਖੋ, ਗੱਲ ਇਹ ਹੈ ਵੀ ਸਿੱਖੀ ਦੇ ਵਿੱਚ ਸਭ ਤੋਂ ਪਹਿਲਾਂ ਸਬਕ ਇਹ ਹੈ ਵੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਪ੍ਰਭੂ। ਉਸ ਈਡੀਅਮ ਨੂੰ ਫਾਲੋ ਕਰਦੇ ਹੋਏ ਜਿੰਨੇ ਵੀ ਗੁਰੂ ਸਾਹਿਬਾਨ ਸੀ, ਉਹਨਾਂ ਨੇ ਬੇਸਾਬੀਆਂ ਕੁਰਬਾਨੀਆਂ ਦਿੱਤੀਆਂ। ਔਰ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਹਦੇ ਪਰਿਵਾਰ ਦੇ 52 ਜੀ ਸੀ ਕੁਰਬਾਨ ਹੋ ਗਏ। ਤੁਸੀਂ ਕੀ ਕਹੋਗੇ? ਕੋਈ ਮਾਮਾ ਨਹੀਂ ਛੱਡਿਆ, ਕੋਈ ਕੁਛ ਨਹੀਂ ਹੋਇਆ। ਵੇਖੋ, ਸੇਵਾ ਦੇ ਵਿੱਚ ਲੱਗੇ ਰਹਿਣਾ ਸਿੱਖੀ ਦਾ ਇੱਕ ਮੁੱਢਲਾ ਅਸੂਲ। ਸੋ ਇਹ ਸਕੂਲ ਜਿੱਦਾਂ ਮੈਂ ਦਸ਼ਮੇਸ਼ ਪਬਲਿਕ ਸਕੂਲ ਖੋਲ੍ਹਿਆ, ਉਦੋਂ ਮੈਨੂੰ ਕੋਈ ਪੁੱਛਣ ਲੱਗੇ ਵੀ ਦਸ਼ਮੇਸ਼ ਨਾਂ ਕਿੱਥੋਂ ਸੁੱਝਿਆ। ਮੈਂ ਕਿਹਾ, ਮੈਂ ਗੁਰਸਿੱਖ ਹੋਣ ਕਰਕੇ ਮੈਨੂੰ ਪਤਾ ਹੈ ਕਿ ਉਸ ਗੁਰੂ ਦਾ ਕੀ ਦੇਣ ਹੈ, ਅਤੇ ਜੇ ਅਸੀਂ ਦੇਣ ਵਾਸਤੇ ਹੀ ਸੰਸਥਾ ਖੋਲ੍ਹੀ ਹੈ ਤਾਂ ਉਹਦੇ ਨਾਂ 'ਤੇ ਖੋਲ੍ਹਣੀ ਚਾਹੀਦੀ ਹੈ। ਸੋ ਅੱਜ ਅਸੀਂ ਜੋ ਸੇਵਾ ਲੋਕਾਂ ਨੂੰ ਦੇ ਸਕਦੇ ਹਾਂ ਦੇਈ ਜਾਂਦੇ ਹਾਂ। ਯਥਾ ਸਮਰੱਥ ਬਹੁਤ ਕੁਝ ਕਰ ਰਹੇ ਹਾਂ, ਔਰ ਅਜੇ ਵੀ ਅਸੀਂ ਵਿੱਦਿਆ ਦਾ ਫੈਲਾਅ ਕਰਨ ਵਾਸਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਵਿੱਚ ਜਾਈਏ, ਉੱਚ ਦਰਜੇ ਦੀ ਵਿੱਦਿਆ ਲੋਕਾਂ ਨੂੰ ਪ੍ਰਦਾਨ ਕਰੀਏ ਐਜ਼ ਫਾਰ ਐਜ਼ ਪੋਸੀਬਲ। ਸੋ ਅਸੀਂ ਨੇੜੇ ਦੇ ਕਈਆਂ ਪਿੰਡਾਂ 'ਚ ਜ਼ਮੀਨਾਂ ਲੈ ਚੁੱਕੇ ਹਾਂ, ਔਰ ਅਸੀਂ ਸ਼ਾਰਟ ਸਮੇਂ ਦੇ ਵਿੱਚ ਉੱਥੇ ਅਸੀਂ ਸੰਸਥਾਵਾਂ
ਹੋਰ ਵੀ ਖੋਲਾਂਗੇ ਜਿਹੜੀਆਂ ਕਿ ਉੱਚਤਰ ਪਾਏ ਦੀ ਵਿਦਿਆ ਜਿਹੜੀ ਫੈਲਾਉਣ ਦੀ ਕੋਸ਼ਿਸ਼ ਕਰਨਗੀਆਂ। ਮੈਡੀਕਲ ਸੰਸਥਾਵਾਂ ਹੋਣ ਚਾਹੇ ਐਕੈਡੈਮਿਕ ਅਦਰਵਾਈਜ਼ ਦੂਜੀਆਂ ਸੰਸਥਾਵਾਂ, ਸਾਡੀ ਕੋਸ਼ਿਸ਼। ਥੈਂਕ ਯੂ ਸਰ, ਥੈਂਕ ਯੂ। ਪ੍ਰਿੰਸੀਪਲ ਕੁਲਦੀਪ ਸਿੰਘ ਗਿੱਲ ਦੇ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੇ ਸਪੁੱਤਰ ਸਰਦਾਰ ਸਵਰਨਜੀਤ ਸਿੰਘ ਗਿੱਲ ਇਸ ਸੰਸਥਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਫਤਿਹ। ਅੱਜ ਅਸੀਂ ਸਾਰੇ ਸਰਦਾਰ ਕੁਲਦੀਪ ਸਿੰਘ ਗਿੱਲ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆ। ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਦੋਸਤ, ਮਿੱਤਰ ਤੇ ਹੋਰ ਬਹੁਤ ਸਾਰੇ ਇਲਾਕੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਅੱਜ ਸੰਗਤ ਦੇ ਰੂਪ ਵਿੱਚ ਸਭ ਨੇ ਅਰਦਾਸ ਕੀਤੀ ਹੈ। ਇਹ ਅਕਾਲ ਪੁਰਖ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਕਹਿੰਦੇ ਨੇ ਸੰਗਤ ਦੀ ਅਰਦਾਸ ਜਿਹੜੀ ਹੈ ਕਦੀ ਜਾਈ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜੰਮਣਾ ਮਰਨਾ, ਉਪਜਣਾ ਬਿਨਸਣਾ ਇੱਕ ਕੁਦਰਤ ਦਾ ਵਿਧੀ ਵਿਧਾਨ। ਮੌਤ ਅਟਲ, ਮੌਤ ਤੋਂ ਕੋਈ ਵੀ ਛੁਟਕਾਰਾ ਨਹੀਂ ਪਾ ਸਕਦਾ। ਜਿਉਣਾ ਝੂਠ ਤੇ ਮਰਨਾ ਸੱਚ, ਇਹ ਪ੍ਰਵਾਨਿਤ ਗੱਲ ਹੋ ਚੁੱਕੀ। ਤੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਵੱਡੇ ਵੱਡੇ ਰਾਜੇ ਮਹਾਰਾਜੇ, ਜਿਹੜੇ ਸੰਤ ਮਹਾਤਮਾ, ਗੁਰੂ ਤੱਕ, ਉਹ ਸਾਰੇ ਦੇ ਸਾਰੇ ਉਹਨਾਂ ਨੂੰ ਅਕਾਲ ਪੁਰਖ ਦਾ ਭਾਣਾ ਮੰਨਣਾ ਪਿਆ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਐਡੇ ਐਡੇ ਵੱਡੇ ਸ਼ਖਸੀਅਤਾਂ ਇੱਥੋਂ ਦੁਨੀਆ ਤੋਂ ਚਲੇ ਗਏ, ਪਰ ਫਿਰ ਵੀ ਇਹ ਦੁਨੀਆ ਚੱਲਦੀ। ਦੁਨੀਆ ਕਿਸ ਗੱਲ ਤੇ ਚੱਲਦੀ? ਦੁਨੀਆ ਜਿਹੜੇ ਵਿਛੜ ਚੁੱਕੇ ਨੇ ਸਾਡੇ ਤੋਂ ਤੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਇਤਨੀ ਕਮਾਈ ਕੀਤੀ ਹੈ, ਇਤਨੀ ਸੇਵਾ ਕੀਤੀ ਹੈ, ਸਮਾਜ ਨੂੰ ਸਿੱਧੇ ਰਸਤੇ ਪਾਇਆ ਹੈ, ਉਹ ਗੁਰਮੁਖ ਕਿਹੜੇ ਜਾਂਦੇ ਨੇ ਗੁਰਮਤਿ ਦੇ ਮੁਤਾਬਕ। ਉਹ ਕਦੀ ਮਰਦੇ ਨਹੀਂ। ਬ੍ਰਹਮ ਗਿਆਨੀ ਨਹੀਂ ਮਰਤਾ ਸਦ ਜੀਵੇ। ਉਹ ਕਦੀ ਮਰਦੇ ਨਹੀਂ, ਉਹ ਜਿਉਂਦੇ ਰਹਿੰਦੇ ਨੇ। ਉਹ ਆਪਣੇ ਕੰਮਾਂ ਵਿੱਚ ਜਿਉਂਦੇ ਨੇ, ਆਪਣੀ ਕਿਰਤ ਵਿੱਚ ਜਿਉਂਦੇ ਨੇ, ਔਰ ਆਉਣ ਵਾਲਾ ਸਮਾਜ ਉਹਨਾਂ ਨੂੰ ਯਾਦ ਰੱਖਦਾ ਹੈ। ਅਸੀਂ ਅਕਸਰ ਕਹਿੰਦੇ ਹਾਂ, ਗੁਰਮੁਖ ਜਨਮ ਸਵਾਰ ਤੇ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੰਡ ਮੰਨੇ। ਗੁਰਮੁਖ ਜਨਮ ਸਵਾਰ, ਜਨਮ ਨੂੰ, ਇਸ ਲਿਵਿੰਗ ਨੂੰ ਸਵਾਰਨਾ, ਖੂਬਸੂਰਤ ਬਣਾਉਣਾ, ਉਸ ਵਿੱਚ ਮਹੱਤਵਪੂਰਨ ਰੋਲ ਅਦਾ ਕਰਨ ਦਾ ਮਤਲਬ ਹੈ ਕਿ ਉਹ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਤੇ ਉਸ ਰੱਬ ਦੀ ਦਿੱਤੀ ਹੋਈ ਸਿਰਜਣਾ ਦੇ ਵਿੱਚ ਉਹ ਆਪਣਾ ਯੋਗਦਾਨ ਪਾ ਰਿਹਾ। ਤੇ ਇਸੇ ਕਰਕੇ ਅਸੀਂ ਕਹਿੰਦੇ ਆ, ਸੱਚੀ ਦਰਗੇ ਜਾਏ ਸੱਚਾ ਪਿੰਡ ਮੰਨੇ। ਅਸੀਂ ਸਧਾਰਨ ਇਨਸਾਨ ਆ, ਅਸੀਂ ਗੁਰਮੁਖ ਵੀ ਨਹੀਂ ਬਣ ਸਕਦੇ। ਨੇੜੇ ਤੇੜੇ ਅਸੀਂ ਕੋਸ਼ਿਸ਼ ਕਰਦੇ, ਹਰ ਵਿਅਕਤੀ ਕੋਈ ਨਾ ਕੋਈ ਪ੍ਰੋਫੈਸ਼ਨ, ਕੋਈ ਕਿੱਤਾ ਕਰਦਾ। ਜੇ ਤੇ ਅਸੀਂ ਸਿਰਫ ਆਪਣੇ ਕਿੱਤੇ ਵਿੱਚ ਕਰਦੇ ਆ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ, ਇੱਕ ਸਧਾਰਨ ਇਨਸਾਨ ਦੇ ਤੌਰ ਤੇ ਸਾਡਾ ਜੀਵਨ ਬਸਰ ਹੋ ਜਾਂਦਾ। ਪਰ ਜੇ ਅਸੀਂ ਆਪਣੇ ਪ੍ਰੋਫੈਸ਼ਨ ਦੇ ਨਾਲ ਮੋਰੈਲਿਟੀ, ਐਥਿਕਸ, ਸੇਵਾ ਤੇ ਧਰਮ ਜੋੜ ਲਈਏ ਤਾਂ ਅਸੀਂ ਉਸ ਪਾਸੇ ਅਗਰਸਰ ਹੁੰਦੇ ਆ ਜਿਹਦੇ ਨਾਲ ਅਸੀਂ ਰੱਬ ਦੇ ਸੱਚੇ ਭਗਤ ਬਣ ਸਕੀਏ। ਜਦੋਂ ਅਸੀਂ ਜੀਵਨ ਨੂੰ ਦੇਖਦੇ ਆ, ਕੁਝ ਵਿਅਕਤੀ ਆਪਣੇ ਆਪਣੇ ਖੇਤਰ 'ਚ, ਆਪਣੇ ਆਪਣੇ ਪੇੜ ਵਿੱਚ ਐਕਸੀਲੈਂਸ ਪ੍ਰਾਪਤ ਕਰਦੇ ਨੇ। ਉਹ ਬਿਲਕੁਲ ਲਿਮਿਟਿਡ ਐਕਸੀਲੈਂਸ ਹੈ। ਐਕਸੀਲੈਂਸ ਦਾ ਜੇ ਸਮਾਜ ਦੇ ਨਾਲ ਜੋੜ ਹੋਵੇ ਤੇ ਬਹੁਤ ਵਧੀਆ ਹੈ। ਗਿੱਲ ਸਾਹਿਬ, ਸਰਦਾਰ ਕੁਲਦੀਪ ਸਿੰਘ ਗਿੱਲ ਇੱਕ ਬਹੁਤ ਹੀ ਸਧਾਰਨ ਕਿਰਸਾਨੀ ਪਰਿਵਾਰ ਵਿੱਚੋਂ ਸੀ।
ਤੁਸੀਂ ਉਹਨਾਂ ਨੂੰ ਡਾਇਰੈਕਟਰ ਦੇ ਰੂਪ ਵਿੱਚ ਦੇਖਿਆ ਫਰੀਦਕੋਟ ਦੇ ਵਿੱਚ, ਪ੍ਰਿੰਸੀਪਲ ਦੇ ਰੂਪ ਵਿੱਚ ਦੇਖਿਆ, ਅਧਿਆਪਕ ਦੇ ਰੂਪ ਵਿੱਚ ਦੇਖਿਆ, ਤੇ ਉਹ ਇੱਕ ਛੋਟੇ ਜਿਹੇ ਪਿੰਡ ਗਿੱਲਾ ਤੋਂ ਬਿਲੋਂਗ ਕਰਦੇ ਨੇ। ਸਰਦਾਰ ਸਰਦਾਰਾ ਸਿੰਘ ਤੇ ਮਾਤਾ ਸੰਤ ਕੌਰ ਦੇ ਬੇਟੇ ਸੀ। ਬੜੀ ਗੁਰਬਤ ਵਿੱਚ ਇਹਨਾਂ ਦਾ ਬਚਪਨ ਸੀ, ਮੁਸ਼ਕਲਾਂ ਭਰਿਆ ਸੀ, ਤੇ ਇਹਨਾਂ ਨੇ ਇੱਕ ਉਹਨਾਂ ਮੁਸ਼ਕਲਾਂ ਦਾ ਮੁਕਾਬਲਾ ਗੋਡੇ ਟੇਕਣੇ ਨਹੀਂ ਸੀ ਸਿੱਖਿਆ। ਇੱਕ ਲਫ਼ਜ਼, ਇੱਕ ਪੋਇਟ ਹੈ ਆਰਥਰ ਕਲਫ, ਉਸ ਦੀਆਂ ਲਾਈਨਾਂ ਨੇ, ਸੇ ਨਾਟ ਦੀ ਸਟਰਗਲ ਨਾਟ ਅਵੇਲeth। ਜ਼ਿੰਦਗੀ 'ਚ ਕਦੀ ਨਾ ਕਹੋ ਕਿ ਸੰਘਰਸ਼ ਅਜਾਈ ਜਾਂਦਾ। ਬੜੀ ਵੱਡੀ ਗੱਲ ਸੀ। ਇਸ ਸਿਧਾਂਤ ਨੂੰ ਲੈ ਕੇ ਤੁਰ ਪਏ। ਪੜ੍ਹਨ ਵਾਸਤੇ ਪੈਦਲ ਪਿੰਡ 'ਚ ਰਹਿੰਦੇ ਸੀ, ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣਾ, ਤੇ 5ਵੀਂ ਦੇ ਵਿੱਚ ਇਹਨਾਂ ਨੇ ਐਡਮਿਸ਼ਨ ਲੈ ਲਈ ਗੁਰੂ ਤੇਗ ਬਹਾਦਰ ਗੜ੍ਹ। ਉੱਥੇ ਗੁਰੂ ਨਾਨਕ ਸਕੂਲ ਹੋਇਆ ਕਰਦਾ ਸੀ, ਪਹਿਲਾਂ ਮਿਡਲ ਸਕੂਲ ਬਣ ਗਿਆ, ਫਿਰ ਹਾਈ ਸਕੂਲ ਬਣ ਗਿਆ। 5ਵੀਂ ਤੋਂ ਲੈ ਕੇ 10ਵੀਂ ਤੱਕ ਉੱਥੇ ਇਹਨਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ। ਉਸ ਤੋਂ ਬਾਅਦ ਡੀਐਮ ਕਾਲਜ ਚਲੇ ਗਏ, ਐਫਐਸਸੀ ਕਰਨ ਤੋਂ ਬਾਅਦ ਸਾਇੰਸ ਪ੍ਰਤੀ ਏਡਾ ਝੁਕਾਅ ਨਹੀਂ ਦਿਖਾਇਆ, ਆਰਟਸ ਵਾਲੇ ਪਾਸੇ ਆ ਗਏ, ਗ੍ਰੈਜੂਏਸ਼ਨ ਕੀਤੀ। ਤੇ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਣੇ ਪਿੰਡ ਤੋਂ ਤੁਰਦੇ ਸੀ, ਭਾਵੇਂ ਮੋਗਾ ਹੋਵੇ, ਭਾਵੇਂ ਗੁਰੂ ਤੇਗ ਬਹਾਦਰ ਗੜ੍ਹ ਹੋਵੇ, ਇੱਕੋ ਸਾਈਕਲ ਉਹਨਾਂ ਦੇ ਕੋਲ ਸੀਗੀ ਜਿਹੜੀ ਸਾਰੀ ਉਮਰ ਉਹਨਾਂ ਨੇ ਵਰਤੀ। ਅਸੀਂ ਤੇ ਅੱਜ ਕੱਲ੍ਹ ਜਦ ਤੱਕ ਮੁੰਡਾ ਜਵਾਨ ਹੋ ਜਾਂਦਾ ਮੋਟਰਸਾਈਕਲ ਨਹੀਂ ਮੰਗੇ, ਉਦੋਂ ਤੱਕ ਉਹ ਕਾਲਜ ਸਕੂਲ ਨਹੀਂ ਜਾਂਦਾ। ਤੇ ਇਹਨਾਂ ਨੇ ਨਾਲੇ ਕੀਤੀ ਪੜ੍ਹਾਈ ਤੇ ਨਾਲੇ ਕੀਤੀ ਵਾਈ ਵੀ ਕਰਦੇ ਸੀ ਤੇ ਪੜ੍ਹਾਈ ਵੀ ਕਰਦੇ ਸੀ। ਔਖਾ ਕੰਮ ਹੈ, ਬਹੁਤ ਔਖਾ ਕੰਮ ਹੈ। ਗੁਰੂ ਸਰਦਾਰ ਜਾ ਕੇ ਬੀਐਡ ਕੀਤੀ, ਐਮਏ ਕੀਤੀ। ਐਮਏ ਕਰਨ ਤੋਂ ਬਾਅਦ ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ, ਇਹਨਾਂ ਦਾ ਸਾਰਾ ਜੀਵਨ 3 ਹਿੱਸਿਆਂ 'ਚ ਮੈਂ ਵੰਡਦਾ। ਸਿੱਖਿਆਰਥੀ, ਸਿੱਖਿਆਰਥੀ ਤੋਂ ਸਿੱਖਿਆ ਸ਼ਾਸਤਰੀ, ਤੇ ਸਿੱਖਿਆ ਸ਼ਾਸਤਰੀ ਤੋਂ ਸਿੱਖਿਆ ਪ੍ਰਬੰਧਕ। ਇੱਕ ਬੜੀ ਵੱਡੀ ਦਾਸਤਾਨ ਹੈ, ਬਹੁਤ ਵੱਡੀ ਕਹਾਣੀ ਹੈ, ਆਮ ਬੰਦਿਆਂ ਦੀ ਨਹੀਂ ਹੁੰਦੀ। ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ। ਇਹ ਵਿਰਲੇ ਇਨਸਾਨ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਬਲੈਸ ਕਰਦਾ ਪਰਮਾਤਮਾ। ਪਰਮਾਤਮਾ ਦੀ ਮਿਹਰ ਹੁੰਦੀ ਹੈ, ਪ੍ਰਸਾਦ ਹੁੰਦਾ ਹੈ, ਬਲੈਸਿੰਗਸ ਹੈ। ਇਹਨਾਂ ਨੇ 24 ਸਾਲ ਦੀ ਉਮਰ 'ਚ ਇਹਨਾਂ ਦਾ ਵਿਆਹ ਹੋਇਆ। ਮਾਤਾ ਗੁਰਦੇਵ ਕੌਰ, ਬਹੁਤ ਅੱਛੀ ਔਲਾਦ। ਸਵਰਨਜੀਤ ਸਿੰਘ ਜੋ ਇਹਨਾਂ ਦਾ ਸਪੁੱਤਰ ਹੈ, ਉਸ ਦਾ ਸਾਡੇ ਨਾਲ ਵੀ ਸੰਬੰਧ ਹੈ, ਸਾਡੀ ਪੀੜ੍ਹੀ ਨਾਲ ਵੀ ਸੰਬੰਧ ਹੈ, ਨੌਜਵਾਨ ਪੀੜ੍ਹੀ ਨਾਲ ਵੀ ਸੰਬੰਧ ਹੈ। ਬੜਾ ਹੋਣਹਾਰ ਵਿਦਿਆਰਥੀ। ਮੈਂ ਤੇ ਇੱਕੋ ਗੱਲ ਕਹਿੰਦਾ, ਜਦੋਂ ਸਰਦਾਰ ਕੁਲਦੀਪ ਸਿੰਘ ਗੇਲੋਰੀ ਖਾਲਸਾ ਬਲਬੀਰ ਸਕੂਲ ਦੇ ਵਿੱਚ ਪ੍ਰਿੰਸੀਪਲ ਹੋਇਆ ਕਰਦੇ ਸੀ, ਇੱਕ ਪਾਸੇ ਇਹ ਸਕੂਲ, ਦੂਸਰੇ ਪਾਸੇ ਸਾਡੇ ਕਾਲਜ ਦੇ ਵਿੱਚ ਪ੍ਰਿੰਸੀਪਲ ਭਗਤ ਸਿੰਘ ਹੁੰਦੇ ਸੀ। ਉਧਰ ਉਹ ਅਨੁਸ਼ਾਸਨ ਨੂੰ ਰੱਖਣ ਵਾਲੇ, ਇੱਧਰ ਸਰਦਾਰ ਭਗਤ ਸਿੰਘ ਜੀ ਅਨੁਸ਼ਾਸਨ 'ਚ ਰੱਖਣ ਵਾਲੇ, ਤੇ ਵਿਚਾਲੇ ਕੰਧ ਹੁੰਦੀ ਸੀ, ਕੰਧ ਨੂੰ ਕੋਈ ਪਾਰ ਨਹੀਂ ਸੀ ਕਰਦਾ। ਇੱਕ ਛੋਟੀ ਜਿਹੀ ਬਫਰ ਸਥਾਨ ਬਣਾਇਆ ਸੀ, ਉਹਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਸੀ, ਤੇ ਉਹਦੇ 'ਚ ਸਵਰਨਜੀਤ ਗਿੱਲ ਹੋਇਆ ਕਰਦਾ ਸੀ, ਜਿਹਦੇ ਨਾਲ ਕਿਤੇ ਕਿਤੇ ਅਸੀਂ ਹੱਸ ਲਿਆ ਕਰਦੇ ਸੀ। ਦੋ ਪਾਸੇ ਡਿਸਿਪਲਿਨ ਸੀ, ਡਰਦੇ ਸੀ ਸਾਰੇ। ਸਰਦਾਰ ਕੁਲਦੀਪ ਸਿੰਘ ਗਿੱਲ ਉਹਨਾਂ ਨੇ ਪਿੰਡ ਤੋਂ ਹੀ ਲਾਈਫ ਸ਼ੁਰੂ ਕੀਤੀ, ਪਿੰਡ ਤੋਂ ਹੀ ਅਧਿਆਪਕ ਬਣੇ, ਵੱਖ-ਵੱਖ ਪਿੰਡਾਂ ਵਿੱਚ ਨੌਕਰੀ ਕੀਤੀ, ਕੋਟਕਪੂਰੇ, ਬਾਗਾ ਪੁਰਾਣਾ। ਇਹ ਸਿਰਫ ਨੌਕਰੀ ਨਹੀਂ ਸੀ ਉਹਨਾਂ ਦੀ, ਇਹ ਨਹੀਂ ਕਿ ਵੀ ਉਹ ਅਧਿਆਪਕ ਨੇ ਔਰ ਪੜ੍ਹਾਉਣ ਦਾ ਕੰਮ ਕਰ ਰਹੇ ਨੇ। ਜੇ ਉਹ ਹੈਡਮਾਸਟਰ ਨੇ ਤੇ ਉਹਨਾਂ ਨੇ ਜਾ ਕੇ ਜਿਹੜੀ ਸਰਕਾਰੀ ਸਕੂਲਾਂ ਦੀਆਂ ਜ਼ਮੀਨਾਂ ਕਬਜ਼ੇ 'ਚ ਕੀਤੀਆਂ ਸੀ ਲੋਕਾਂ, ਉਹਨਾਂ ਕੋਲੋਂ ਵੀ ਛੁਡਵਾਈਆਂ। ਤੇ ਬਾਗੇ ਪੁਰਾਣੇ ਦੀ ਬੜੀ ਗੱਲ ਮਸ਼ਹੂਰ ਹੈ ਕਿ ਉੱਥੇ ਦੀ ਜ਼ਮੀਨ ਇਹਨਾਂ ਨੇ ਛੁਡਾਈ। ਇਹ ਕੰਧ ਕਰਨ ਲੱਗੇ ਸੀ, ਤੇ ਕੰਧ ਕਰਨ ਵੇਲੇ ਜਿਸ ਨੇ ਕਬਜ਼ਾ ਕੀਤਾ ਸੀ, ਉਹ ਲੇਡੀ ਆ ਕੇ ਜਿਹੜੀ ਹੈ ਉਹ ਕੰਧ ਦੇ ਉੱਪਰ ਬੈਠ ਗਈ। ਕੰਧ ਤੇ ਬੈਠ ਗਈ ਤੇ ਉਸਨੇ ਕਿਹਾ ਵੀ ਮੈਨੂੰ ਵੀ ਵਿੱਚੇ ਚਿਣ ਦਿਓ। ਤੇ ਉਸ ਵਕਤ ਇਹਨਾਂ ਨੇ ਕਿਹਾ ਕੋਈ ਪਰਵਾਹ ਨਹੀਂ। ਦਲੇਰੀ ਦੀ ਗੱਲ ਹੁੰਦੀ, ਇਹਨਾਂ ਦੀ ਕੋਈ ਆਪਣੀ ਜ਼ਮੀਨ ਵਾਸਤੇ ਇਹਨਾਂ ਨੇ ਕੰਮ ਨਹੀਂ ਕੀਤਾ, ਸਰਕਾਰ ਦੀ ਜ਼ਮੀਨ ਵਾਸਤੇ। ਅਸੀਂ ਸਰਕਾਰ ਵਾਸਤੇ ਕੁਝ ਨਹੀਂ ਕਰਦੇ।
He was the man who worked for the government institution. So ਸਕੂਲਾਂ 'ਚ ਵੱਖ-ਵੱਖ ਸਕੂਲਾਂ 'ਚ ਬਲਬੀਰ ਸਕੂਲ ਵਿੱਚ, ਇੱਧਰ ਦੂਸਰੇ ਪਾਸੇ ਦਸ਼ਮੇਸ਼ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਇੱਕ ਇਹੋ ਜਿਹੀ ਸੁਸਾਇਟੀ ਹੈ ਜਿਹੜੀ ਸ਼ੁਰੂ 'ਚ ਜਿੱਥੇ ਖਾਲਸਾ ਸਕੂਲ ਅੰਡ ਐਪਲੀਕੇਸ਼ਨ ਗਏ 99 ਸਾਲ ਦੇ ਜੀਵਨ ਵਿੱਚ 89 years ਲਾਈਫ ਇਹਨਾਂ ਨੇ ਬਤੀਤ ਕੀਤੀ ਹੈ। About 60 years of his life he devoted himself to the cause of education, सिर्फ education। गुरु महाराज की पावन ਅਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਕੁਲਦੀਪ ਸਿੰਘ ਜੀ ਦੀ ਗਿਲ ਸਾਹਿਬ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਈ ਗੁਰੂ ਰੂਪੀ ਸਾਧ ਸੰਗਤ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਦਲਬੀਰ ਸਿੰਘ ਹੋਰਾਂ ਤੋਂ ਬਾਅਦ ਮੈਂ ਸਮਝਦਾ ਕੋਈ ਗਿੱਲ ਸਾਹਿਬ ਦੀ ਜ਼ਿੰਦਗੀ ਦਾ ਪਹਿਲੂ ਜਾਂ ਪੱਖ ਨਹੀਂ ਰਹਿ ਗਿਆ ਜਿਹਦੇ ਬਾਰੇ ਦੱਸਾ ਸਕੀ। ਸਰਦਾਰ ਦਲਬੀਰ ਸਿੰਘ ਹੋਰਾਂ ਨੇ ਬੜੀ ਡਿਟੇਲ 'ਚ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੀ ਸੋਚ ਬਾਰੇ, ਉਹਨਾਂ ਦੇ ਜ਼ਿੰਦਗੀ ਵਿੱਚ ਜੋ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਉਹਦੇ ਬਾਰੇ ਦੱਸਿਆ। ਗਿੱਲ ਸਾਹਿਬ ਨੂੰ ਮੈਂ ਸ਼ੁਰੂ ਤੋਂ ਐਜ਼ ਅ ਫਾਦਰਲੀ ਫਿਗਰ ਦੇਖਦਾ ਰਿਹਾ ਕਿਉਂਕਿ ਗਿੱਲ ਸਾਹਿਬ ਦਾ ਤੇ ਮੇਰੇ ਸਰਗਵਾਸੀ ਪਿਤਾ ਸਾਹਿਬ ਜਸਵੰਤ ਸਿੰਘ ਢਿੱਲੋਂ ਦਾ ਬਹੁਤ ਪਿਆਰ ਸੀ, ਆਪਸ ਇੱਕ ਦੂਜੇ ਨਾਲ ਮਿਲ ਵਰਤਣ ਸੀ। ਜਦੋਂ ਦਾ ਅਸੀਂ ਤੁਰ ਫਿਰ ਲੱਗੇ ਤਾਂ ਹਮੇਸ਼ਾ ਉਹਨਾਂ ਦਾ ਮੇਰੇ ਸਿਰ ਤੇ ਹੱਥ ਰਿਹਾ, ਹਮੇਸ਼ਾ ਉਹਨਾਂ ਨੇ ਕਿਰਪਾ ਕੀਤੀ ਤੇ ਹਮੇਸ਼ਾ ਸਹੀ ਗਾਈਡ ਕੀਤਾ। ਬਜ਼ੁਰਗਾਂ ਵਾਂਗੂ, ਆਪਦੇ ਬੱਚਿਆਂ ਵਾਂਗੂ ਉਹਨਾਂ ਨੇ ਹਮੇਸ਼ਾ ਸਹੀ ਗਾਈਡੈਂਸ ਦਿੱਤੀ। ਜੇ ਅੱਜ ਮੈਂ ਨਿਚੋੜ ਕਰਾਂ ਤੇ ਗਿੱਲ ਸਾਹਿਬ ਦੀ ਜਿਹੜੀ ਸ਼ਖਸੀਅਤ ਸੀ ਉਹਨੂੰ ਮੈਂ ਕਹਿ ਸਕਦਾ ਕਿ ਬਹੁਤ ਹਿੰਮਤੀ, ਅਸੂਲੀ ਅਤੇ ਦਰਵੇਸ਼ ਸ਼ਖਸੀਅਤ ਸੀ ਗਿੱਲ ਸਾਹਿਬ। ਬਿਲਕੁਲ ਠੀਕ ਹੈ, ਆਪਾਂ ਆਪਦੀ ਜ਼ਿੰਦਗੀ ਵਾਸਤੇ, ਆਪਦੇ ਪਰਿਵਾਰ ਵਾਸਤੇ ਸਭ ਕੁਝ ਸਾਰੇ ਕਰਦੇ ਹਾਂ। ਸਰਦਾਰ ਦਲਬੀਰ ਸਿੰਘ ਹੋਰਾਂ ਨੇ ਵੀ ਕਿਹਾ ਪਰ ਬਹੁਤ ਥੋੜੇ ਇਨਸਾਨ ਨੇ ਜਿਹੜੇ ਸਮਾਜ ਵਾਸਤੇ ਤੇ ਦੂਜਿਆਂ ਵਾਸਤੇ ਵੀ ਕਰਦੇ। ਸੋ ਗਿੱਲ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਇਸ ਸ਼ਹਿਰ ਨੂੰ, ਇਸ ਇਲਾਕੇ ਨੂੰ, ਕਿ ਉਹਨਾਂ ਨੇ ਆਪਣਾ ਜੀਵਨ ਐਜੂਕੇਸ਼ਨ 'ਚ ਸਿਰਫ ਆਪਦੇ ਵਾਸਤੇ ਨਹੀਂ ਲਾਇਆ ਜਾਂ ਆਪਦੇ ਬੱਚਿਆਂ ਵਾਸਤੇ। ਉਹਨਾਂ ਨੇ ਇਸ ਸ਼ਹਿਰ ਨੂੰ, ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ। ਖਾਲਸਾ ਸਕੂਲ ਦੇ ਰੂਪ ਵਿੱਚ, ਦਸ਼ਮੇਸ਼ ਸਕੂਲ ਦੇ ਰੂਪ ਵਿੱਚ ਜਾਂ ਸਾਰੀਆਂ ਇੰਸਟੀਟਿਊਸ਼ਨਸ ਦੇ ਰੂਪ ਵਿੱਚ। ਅੱਜ ਮੈਂ ਸਮਝਦਾ ਕਿ ਸੱਚੀ ਸ਼ਰਧਾਂਜਲੀ ਗਿੱਲ ਸਾਹਿਬ ਨੂੰ ਇਹ ਹੈ ਕਿ ਅੱਜ ਦੇ ਜਿਹੜਾ ਸਮਾਜ ਦਾ ਦੌਰ ਹੈ ਜਾਂ ਸਮਾਜ ਦੀ ਸੋਚ ਉਹ ਫਰਕ ਹੁੰਦੀ ਜਾ ਰਹੀ ਹੈ। ਸੱਚੀ ਸ਼ਰਧਾਂਜਲੀ ਉਹਨਾਂ ਬਜ਼ੁਰਗਾਂ ਨੂੰ ਇਹ ਹੈ ਕਿ ਉਹਨਾਂ ਦੀ ਸੋਚ ਬਣਾਈਏ, ਜਿਹੜੀ ਉਹ ਸੋਚ ਲੈ ਕੇ ਚੱਲੇ ਹੈ। ਕਿਉਂਕਿ ਮੈਂ ਇੰਦਰਜੀਤ ਸਿੰਘ ਸੇਖੋਂ ਵੀ ਮਗਰ ਬੈਠੇ ਹੈ, ਗੁਰਚੰਦ ਸਿੰਘ ਵੀ ਬੈਠੇ ਹੈ, ਮੈਂ ਇਹਨਾਂ ਨੂੰ ਦੇਖ ਰਿਹਾ ਸੀ ਸਾਰਿਆਂ ਨੂੰ। ਤੁਸੀਂ ਦੇਖੋ ਇਹਨਾਂ ਨੇ ਆਪ ਦੇ ਪ੍ਰੋਫੈਸ਼ਨ 'ਚ ਕਿੰਨੇ ਕਾਮਯਾਬ ਰਹੇ ਸਾਰੇ ਬਜ਼ੁਰਗ। ਨਾਲ ਇਹਨਾਂ ਨੇ ਸਮਾਜ ਨੂੰ ਵੀ ਕਿੰਨੀਆਂ ਦੇ ਦਿੱਤੀ, ਇਲਾਕੇ ਨੂੰ ਕਿੰਨੀਆਂ ਦੇ। ਅੱਜ ਸਿੱਖਣ ਦੀ ਲੋੜ ਇਹਨਾਂ ਬਜ਼ੁਰਗਾਂ ਤੋਂ ਇਹ ਹੈ ਕਿ ਆਪਾਂ ਸਾਰੇ ਹੁਣ ਜਾਤੀਵਾਦ 'ਚ ਹੋ ਗਏ ਹਾਂ। ਮੈਂ ਅੱਜ ਦੇ ਸਮਾਜ ਦੇ ਦੌਰ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਮੈਂ ਵੀ ਹਾਂ। ਆਪਾਂ ਸਾਰੇ ਪਰਸਨਲ ਪੱਖ ਨੂੰ ਮੂਹਰੇ ਰੱਖਣ ਲੱਗ ਪਏ। ਆਪਾਂ ਆਪਣੇ ਪਰਸਨਲ ਕੰਮਾਂ ਨੂੰ, ਪਰਸਨਲ ਲੋੜਾਂ ਨੂੰ, ਪਰਸਨਲ ਜ਼ਰੂਰਤਾਂ ਨੂੰ ਮੂਹਰੇ ਰੱਖਣ ਲੱਗ ਪਏ ਆ। ਤੇ ਜਿਹੜੇ ਚੀਜ਼ਾਂ ਨੇ ਸਮਾਜ ਨੂੰ ਤਕੜੇ ਕਰਨਾ ਹੈ, ਜਿਹੜੇ ਚੀਜ਼ਾਂ ਨੇ ਆਉਣ ਵਾਲੀਆਂ ਨਸਲਾਂ ਦਾ ਫਾਇਦਾ ਕਰਨਾ ਹੈ, ਜਿਹੜੇ ਚੀਜ਼ਾਂ ਨੇ ਇਲਾਕੇ ਦਾ ਫਾਇਦਾ ਕਰਨਾ ਹੈ, ਉਹਨਾਂ ਵੱਲ ਨਹੀਂ ਧਿਆਨ ਘਟ ਗਿਆ, ਜ਼ਿਆਦਾ ਪਰਸਨਲ ਗੱਲਾਂ ਵੱਲ ਧਿਆਨ ਰੱਖਦਾ। ਸੋ ਮੈਂ ਸਮਝਦਾ ਕਿ ਅੱਜ ਜਿਹੜੀ ਇੱਥੇ ਸਿੱਖਿਆ ਲੈਣ ਦੀ ਲੋੜ ਹੈ ਜਾਂ ਜਿਹੜੀ ਅੱਜ ਆਪਾਂ ਇੱਥੇ ਖੜੇ ਹਾਂ ਗਿੱਲ ਸਾਹਿਬ ਦੇ ਸਤਿਕਾਰ ਵਿੱਚ, ਇਹ ਸੋਚ ਰੱਖਣ ਦੀ ਲੋੜ ਹੈ ਕਿ ਆਪਾਂ ਇਸ ਘਰੇ ਇਹ ਸੋਚ ਲੈ ਕੇ ਜਾਈਏ। ਉਹਨਾਂ ਦੀ ਜਿਹੜੀ ਸੋਚ ਸੀ
ਤੇ ਥੋੜਾ ਜਿਹਾ ਧਿਆਨ ਆਪਾਂ ਕੰਟਰੀਬਿਊਟ ਕਰੀਏ ਆਪਣੇ ਸਮਾਜ ਵਾਸਤੇ, ਆਪਣੇ ਇਲਾਕੇ ਵਾਸਤੇ, ਆਪਣੇ ਆਉਣ ਵਾਲੇ ਬੱਚਿਆਂ ਵਾਸਤੇ। ਹੋ ਸਕਦਾ ਆਪਾਂ ਸਾਰੇ ਪਰਮਾਤਮਾ ਦੀ ਕਿਰਪਾ ਬੜਿਆਂ ਦੇ ਬੱਚੇ ਬਾਹਰ ਗਏ, ਸੈੱਟ ਹੋ ਗਏ, ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਆਪਣਾ ਇਲਾਕਾ ਹੈ, ਜਿਹੜੇ ਬੱਚੇ ਨਹੀਂ ਸੈੱਟ ਹੋਏ ਜਾਂ ਜਿਹੜੇ ਬਾਹਰ ਨਹੀਂ ਭੇਜ ਸਕਦੇ ਜਾਂ ਜਿਹੜੇ ਉਹਨਾਂ ਨੂੰ ਉਹ ਜੀ ਤਾਲੀਮ ਨਹੀਂ ਦੇ ਸਕਦੇ, ਉਹਨਾਂ ਬਾਰੇ ਵੀ, ਉਸ ਇਲਾਕੇ ਬਾਰੇ ਵੀ ਸੋਚੀਏ। ਸੋ ਇਹ ਸੋਚ ਲੈ ਕੇ ਗਿੱਲ ਸਾਹਿਬ ਚੱਲੇ ਸੀ। ਮੈਂ ਸਮਝਦਾ ਜਿੱਥੇ ਅੱਜ ਪਰਿਵਾਰ ਨੂੰ ਘਾਟਾ ਪਿਆ, ਉੱਥੇ ਇਲਾਕੇ ਨੂੰ, ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਇਹੋ ਜਿਹੀ ਪਰਸਨੈਲਿਟੀ ਦਾ ਵਿੱਚ ਬੈਠੇ ਰਹਿਣਾ ਹੀ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਆਸਰਾ ਸੀ। ਉਹਨਾਂ ਦਾ ਸਿਰ ਤੇ ਹੱਥ ਸਾਡੇ ਵਾਸਤੇ ਬਹੁਤ ਜ਼ਰੂਰੀ ਸੀ। ਸਮਾਂ ਕਾਫੀ ਹੋ ਗਿਆ, ਮੈਂ ਬੜਾ ਲੰਬਾ ਨਹੀਂ ਜਾਣਾ ਚਾਹੁੰਦਾ, ਪਰ ਮੈਂ ਇੱਕ ਗੱਲ ਜ਼ਰੂਰ ਅੱਜ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਕਮੀ ਆਉਂਦੀ ਜਾ ਰਹੀ ਹੈ ਆਪਣੇ ਸਮਾਜ 'ਚ, ਅੱਜ ਆਪਾਂ ਇੱਥੇ ਗਿੱਲ ਸਾਹਿਬ ਦੇ ਅੰਦਰ ਅਰਦਾਸ 'ਚ ਜ਼ਰੂਰ ਸੋਚੀਏ ਕਿ ਉਸ ਕਮੀ ਨੂੰ ਦੂਰ ਕਰੀਏ ਤੇ ਆਪਾਂ ਵੀ ਸਾਰੇ ਉਹ ਸੋਚ ਨੂੰ ਅਪਣਾਈਏ, ਤਾਂ ਹੀ ਆਉਣ ਵਾਲੇ ਸਮੇਂ 'ਚ ਆਪਣੇ ਸਮਾਜ ਦਾ ਫਾਇਦਾ ਹੋਣਾ ਹੈ। ਕਿਉਂਕਿ ਰੀਤੋ ਰਿਵਾਜ ਦਿਨੋਂ ਦਿਨ ਵਰਤਦੇ ਜਾ ਰਹੇ, ਬਦਲਦੇ ਜਾ ਰਹੇ ਹੈ। ਇੰਨਾ ਕਹਿੰਦਾ ਹੋਇਆ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹੈ, ਪਰਮਾਤਮਾ ਗਿੱਲ ਸਾਹਿਬ ਨੂੰ ਆਪਣੇ ਚਰਨਾਂ 'ਚ ਦੁਆਸਤਾਨ ਬਖਸ਼ੇ, ਪਰਿਵਾਰ ਨੂੰ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵੇਣ ਬੋਲਿਆ ਸਭ ਕੀਚ ਜਾਣਦਾ, ਕਿਸ ਆਗੇ ਕੀਚੇ ਅਰਦਾਸ, ਕਿਸ ਆਗੇ ਕੀਚੇ ਅਰਦਾਸ। ਵੇਣ ਬੋਲਿਆ ਸਭ ਕੀਚ ਜਾਣਦਾ, ਵੇਣ ਬੋਲਿਆ ਸਭ ਕੀਚ ਜਾਣਦਾ। ਬਬੀਰਾ ਸਗਲੀ ਧਰਤੀ ਜੇ ਫਿਰੇ, ਉੱਡ ਚੜ੍ਹੇ ਆਕਾਸ। ਬਬੀਰਾ ਸਗਲੀ ਧਰਤੀ ਜੇ ਫਿਰੇ, ਉੱਡ ਚੜ੍ਹੇ ਆਕਾਸ, ਉੱਡ ਚੜ੍ਹੇ ਆਕਾਸ। ਵੇਣ ਬੋਲਿਆ ਸਭ ਕੀਚ ਜਾਣਦਾ, ਵੇਣ ਬੋਲਿਆ ਸਭ ਕੀਚ ਜਾਣਦਾ, ਕਿਸ ਆਗੇ ਕੀਚੇ ਅਰਦਾਸ, ਕਿਸ ਆਗੇ। ਸਰਦਾਰ ਕੁਲਦੀਪ ਸਿੰਘ ਗਿੱਲ ਇੱਕ ਬਹੁਤ ਵਧੀਆ ਵਿਦਿਆ ਸ਼ਾਸਤਰੀ, ਬਹੁਤ ਵਧੀਆ ਅਧਿਆਪਕ, ਬੜੇ ਹੀ ਉੱਚੀ ਸੋਚ ਵਾਲੇ ਵਿਦਿਆ ਸ਼ਾਸਤਰੀ ਸੀ। ਉਹਨਾਂ ਨੇ ਫਰੀਦਕੋਟ ਇਲਾਕੇ ਦੀ ਤਕਰੀਬਨ 60 ਸਾਲ ਨਿਰੰਤਰ ਸੇਵਾ ਕੀਤੀ। ਉਹਨਾਂ ਦੀ ਕਾਬਲੀਅਤ, ਉਹਨਾਂ ਦੀ ਸੁਚੱਜਤਾ ਤੇ ਉਹਨਾਂ ਦੀ ਪ੍ਰਬੰਧਕੀ ਬਰਕਤ 'ਚ ਉਹਨਾਂ ਦੇ ਮਹਿਕਮੇ ਨੂੰ ਇੰਨਾ ਭਰੋਸਾ ਸੀ ਕਿ ਜਦੋਂ ਵੀ ਕੋਈ ਨਵਾਂ ਸਕੂਲ ਖੋਲ੍ਹਣਾ ਹੁੰਦਾ ਸੀ ਤੇ ਮਹਿਕਮਾ ਇਹ ਡਿਊਟੀ ਸਰਦਾਰ ਕੁਲਦੀਪ ਸਿੰਘ ਨੂੰ ਲਾਉਂਦਾ ਸੀ। ਉਸ ਦੇ ਫਲਸਰੂਪ ਸਰਦਾਰ ਕੁਲਦੀਪ ਸਿੰਘ ਨੇ ਬਾਘਾ ਪੁਰਾਣਾ ਹਾਈ ਸਕੂਲ ਬਣਾਇਆ, ਟੀਮਾਂ ਵਾਲੀ ਬਣਾਇਆ, ਫਿਰ ਬਲਬੀਰ ਹਾਈ ਸਕੂਲ ਫਰੀਦਕੋਟ,
ਜਿਹੜਾ ਕਿ ਬਹੁਤ ਪੁਰਾਣਾ ਮੰਨਿਆ ਪ੍ਰਮੰਨਿਆ ਸਕੂਲ ਹੈ ਤੇ ਬਹੁਤ ਉਹਦੇ ਨੰਬਰ ਵਿਦਿਆਰਥੀਆਂ ਦਾ ਗਿਣਤੀ ਹੈ, ਉਸ ਦੇ ਉਹ ਪ੍ਰਿੰਸੀਪਲ ਰਹੇ। ਉਸ ਤੋਂ ਬਾਅਦ ਉਹਨਾਂ ਨੇ ਖਾਲਸਾ ਹਾਈ ਸੈਕੰਡਰੀ ਸਕੂਲ ਜਿਹੜਾ ਕਿ ਭਾਈ ਸੰਗਤ ਸਾਹਿਬ ਭਾਈ ਫੇਰੂ ਦੀ ਯਾਦ 'ਚ ਬਣਾਇਆ ਸੀ, ਉਸ ਦੇ ਪਿੰਜਰੇ। ਉਸ ਤੋਂ ਬਾਅਦ ਉਹਨਾਂ ਨੇ ਸਰਦਾਰ ਕਰਨੈਲ ਸਿੰਘ ਡੋਡ ਜਿਨ੍ਹਾਂ ਨੇ ਕਿ ਇਸ ਇਲਾਕੇ 'ਚ ਵਿੱਦਿਆ ਦੇ ਪ੍ਰਸਾਰ ਲਈ ਬਹੁਤ ਨਿੱਘਰ ਕੰਮ ਕੀਤਾ, ਉਹਨਾਂ ਦੇ ਨਾਲ ਮਿਲ ਕੇ ਪਹਿਲਾਂ ਸ਼ੁਰੂ ਕੀਤਾ ਦਸ਼ਮੇਸ਼ ਪਬਲਿਕ ਸਕੂਲ ਤੇ ਕੁਝ ਸਮਾਂ ਉਹ ਉਹਦੇ ਪ੍ਰਿੰਸੀਪਲ ਰਹੇ। ਉਸ ਤੋਂ ਬਾਅਦ ਉਸ ਸਕੂਲ ਨੇ ਹੋਰ ਤਰੱਕੀ ਕੀਤੀ, ਉੱਥੇ ਪ੍ਰਿੰਸੀਪਲ ਗੁਰਚਰਨ ਸਿੰਘ ਆ ਗਏ। ਪ੍ਰਿੰਸੀਪਲ ਗੁਰਚਰਨ ਸਿੰਘ ਨੇ ਦਸ਼ਮੇਸ਼ ਪਬਲਿਕ ਸਕੂਲ ਤੇ ਸੰਸਥਾਵਾਂ ਦੀ ਬਹੁਤ ਹੀ ਸ਼ਲਾਘਾਯੋਗ ਸੇਵਾ ਕੀਤੀ ਤੇ ਉਹਨਾਂ ਸੰਸਥਾਵਾਂ ਦਾ ਇਲਾਕੇ 'ਚ ਜਾਲ ਵਿਛਾਲ ਦਿੱਤਾ। तो सरदार कुलदीप सिंह ने सिख संगत साहब भाई फेरू सिख एजुकेशन सोसाइटी के बहुत सारे विद्यक अदारियां वक्-वक् डिसिपलिनां डेंटल कॉलेज, नर्सिंग कॉलेज, फिजियोथेरापी, फार्मेसी आदि जो अदारे खड़े किए ते ओहदे जिहड़े बच्चे अजकल पढ़ के आपदी जिंदगी सवार रहे हैं। सारे नालों जिहड़ी शलाघायोग गल ये सी कि सरदार कुलदीप सिंह बड़े नेक दिल गरीब परवर, वो आप कई दफ़ा अपने आप नूं औकड़ च पा के भी किसी लोड़वंद रिश्तेदार भाई भार दे बड़ी दिल खोल के मदद करते सी। जिथों तक उन्हां दा सिख संगत साहब भारी सिख एजुकेशन सोसाइटी नाल तल्लक है, वो इस दे सधारण मैंबर तो तरक्की करते करते ये प्रबंधकी चोटी ते पहुँचे। वो आपदी जिस दिन उन्होंने चलाना किया उस वेले भी वो सिख संगत साहब भारी सिख एजुकेशन के सीनियर वाइस प्रेजिडेंट सन। और जो इस सोसाइटी ने अदारे खड़े किए है वो इलाके लिए बहुत लाहेवंद है। इस इलाके ਦੇ ਬੱਚਿਆਂ ਨੂੰ ਉੱਚ ਵਿੱਦਿਆ ਲਈ ਬਾਹਰਲੀਆਂ ਜੂਹਾਂ 'ਚ ਜਾਣਾ ਪੈਂਦਾ ਸੀ। ਸਾਡੀ ਟੀਮ ਨੇ ਦਸ਼ਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਿਸ ਫਰੀਦਕੋਟ ਦੇ ਪ੍ਰਿੰਸੀਪਲ ਡਾਕਟਰ SPS ਸੋਢੀ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਬਾਰੇ ਸਾਨੂੰ ਦੱਸਿਆ। ਆਓ ਨਜ਼ਰ ਮਾਰਦੇ ਹਾਂ ਪ੍ਰਿੰਸੀਪਲ ਸਰਦਾਰ ਕੁਲਦੀਪ ਸਿੰਘ ਗਿੱਲ ਜੀ ਦੀਆਂ ਜੀਵਨ ਦੀਆਂ ਕੁਝ ਯਾਦਾਂ ਤੇ। ਇਕੱਠ ਸ਼ੋਅ ਕਰਦਾ ਹੈ ਕਿ ਉਹ ਸੇਵਾਵਾਂ ਜਿਹੜੀਆਂ ਕੁਲਦੀਪ ਸਿੰਘ ਜੀ ਨੇ ਕੀਤੀਆਂ ਔਰ ਜਿਹਦੇ ਕਰਕੇ ਅੱਜ ਹਜ਼ਾਰਾਂ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਔਰ ਉਹਨਾਂ ਨੇ ਮਤਲਬ ਚਿਹਰੇ ਨਾਮ ਸੀਗੇ ਹਰ ਬੰਦੇ ਦੇ। ਉਹਨਾਂ ਨੂੰ ਬਹੁਤ ਅਫਸੋਸ ਸੀਗਾ ਉਹਨਾਂ ਦੀ ਇਸ ਜੱਗ ਤੋਂ ਚਲੇ ਜਾਣ ਦਾ। ਜਿਸ ਤਰੀਕੇ ਦੇ ਨਾਲ ਸਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਔਰ ਹਜ਼ਾਰਾਂ ਦੀ ਗਿਣਤੀ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਗੁਰਦੁਆਰਾ ਸਾਹਿਬ, ਕੀ ਕਹਿਣਾ ਚਾਹੋਗੇ ਸਰ? कबीरा जब हम आए जग में, जग हंसा हम रोए, ऐसी करनी कर चले, ऐसी करनी कर चले, हम हंसे और जग रोए। अंतिम अरदास ते माई गोदरी गुरुद्वारा साहब दे विच हज़ारां दी गिनती च सरदार कुलदीप सिंह गिल जी दे श्रद्धालु, उन्हां दे परिवार, उन्हां दे सगे संबंधी, उन्हां दे बच्चे, उन्हां दे स्टूडेंट्स, पता नहीं कौन कौन इत्थे आके श्रद्धा दे सुमन श्रद्धांजलि अर्पित किता। सारियां दी अख नम सी ते सारे ही इस कर्म योगी नूं याद कर रहे सी किस तरीके नाल इन्नी मुश्किलों दे विचों निकल के संघर्षमयी जीवन जी के इन्हां ने सानू जीवन जीण दा एक तरीका सिखाया। सरदार कुलदीप सिंह जी गिल सीनियर मीत प्रधान संगत साहिब भाई फेरू सिख एजुकेशनल सोसाइटी, एक सिक्ख्या संस्थावां दे बाबा बोल, अनुशासन परस्त, नियम परस्त, इंसाफ परस्त, एक मार्गदर्शक, हंबल और लोगों की सेवा करना, एक
ऐसे कर्म योगी सन कि जिन्हां दी मिसाल अज मैं समझदा मुश्किल ही नहीं, ਇਹੋ ਜਿਹੇ ਵਿਅਕਤਿਤਵ ਨਾਮੁਮਕਿਨ ਹੀ ਮਿਲਦੇ ਹੈ, ਵਿਰਲੇ ਹੀ ਮਿਲਦੇ ਹੈ। ਉਹਨਾਂ ਦੀ ਜਿਹੜਾ ਸ਼ਖਸੀਅਤ ਸੀ ਉਹ ਅਸਮਾਨ ਨੂੰ ਛੂੰਹਦੀ ਸੀ, ਪਰ ਉਹਨਾਂ ਦੀ ਕਦ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਸੀਗਾ, ਕਿਉਂਕਿ ਉਹ ਹਲੀਮੀ ਨਾਲ ਸਿਰ ਝੁਕਾ ਕੇ ਚੱਲਦੇ ਸੀ। ਉਹਨਾਂ ਬਾਰੇ ਸਮਝਣਾ, ਉਹਨਾਂ 'ਚ ਬਹੁਤ ਸ਼ਕਤੀ ਵੀ ਹੈ, ਉਹਨਾਂ 'ਚ ਨਰਮੀ ਵੀ ਹੈ, ਬਿਲਕੁਲ ਨਾਰੀਅਲ ਵਾਂਗੂ ਬਾਹਰੋਂ ਸਖਤ ਦਿਖਦੇ ਸੀ। ਸਾਰੇ ਕਹਿੰਦੇ ਸੀ ਅੱਜ ਬੋਲੀ ਗਏ ਸਾਰੇ ਜਣੇ ਬੜੇ ਸਟ੍ਰਿਕਟ ਸੀਗੇ, ਬੜੇ ਸਖਤ ਸੀਗੇ। ਮੈਂ ਸਮਝਦਾ ਜੋ ਮੈਨੂੰ ਪਤਾ ਹੈ ਉਹ ਬੜੇ ਕਾइंड ਹਾਰਟਡ ਸੀਗੇ, ਅੰਦਰੋਂ ਬਿਲਕੁਲ ਨਰਮ, ਬਿਲਕੁਲ ਨਰਮ। ਸਿਰਫ ਉਹਨਾਂ ਦਾ ਦਿਖਾਵਾ ਸੀਗਾ। ਉਹਨਾਂ ਦੇ ਹਿਸਾਬ ਨਾਲ ਅਨੁਸ਼ਾਸਨ ਦਾ ਮਤਲਬ ਲਵਿੰਗ ਵਿਦ ਫਰਮਨੈਸ। ਉਹਨਾਂ ਨੇ ਬੱਚਿਆਂ ਨੂੰ ਇੱਕ ਐਸਾ ਪਾਠ ਪੜ੍ਹਾਇਆ ਜਿਹਦੇ ਕਰਕੇ ਅੱਜ ਉਹਨਾਂ ਦੇ ਪੜ੍ਹਾਏ ਹੋਏ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹਨ। ਸਰਦਾਰ ਕੁਲਦੀਪ ਸਿੰਘ ਗਿੱਲ ਜਿਨ੍ਹਾਂ ਨੇ ਘੱਟੋ ਘੱਟ ਅੱਧੀ ਸਦੀ ਤੋਂ ਵੱਧ ਇਸ ਸੰਸਥਾ ਨੂੰ ਸੰਗਤ ਸਾਹਿਬ ਸਿੱਖ ਐਜੂਕੇਸ਼ਨਲ ਸੁਸਾਇਟੀ ਨੂੰ ਦਿੱਤਾ ਤੇ ਆਪਣਾ ਜੀਵਨ ਹੀ ਸਮਰਪਿਤ ਕਰਤਾ। ਸ਼ਾਇਦ अपनी सारे संस्था, सारे कॉलेजेस, दशमेश जरा पब्लिक स्कूल है वो उन्हों की सोच सी कि इत्थे पब्लिक स्कूल होना चाहिए। इन्हों का नाम भी उन्हें रखा, शुरुआत भी उन्होंने की ते उस तो बाद ये डेंटल कॉलेज और कोटकपूरा बरगाड़ी अज 10 तो वध संस्थावां चल रही हैं और असी संस्थावां खोलने की सोच रहे हैं। ये सब बूटा सरदार कुलदीप सिंह जी गिल का है। अज वो साडे विच नहीं है, पर मैं बिल्कुल सोच रहा वो अज इत्थे ही विसर के देख रहे हैं कि उन्हों का बूटा लगाया होया किस तरह फल फुल रहा है। और सर चेयरमैन साहब जिस तरीके दे नाल अपनी उन्होंने जिंदगी गुजारी और एक बेटा जिहड़ा कि उन्हों का ही एक प्रतिबिंब जिस तरीके दे नाल बेटे ने भी सेवावां शुरू करतियां ने और बेटे ने भी उस इंस्टीट्यूशनां दे विच ਉਹ ਪਹਿਲਾਂ ਹੀ ਮਾਰਗਦਰਸ਼ਕ ਉਹਨਾਂ ਦਾ ਮਾਰਗਦਰਸ਼ਕ ਸੀਗੇ। ਉਹਨਾਂ ਨੂੰ ਪਤਾ ਸੀ, ਦੂਰਦਰਸ਼ੀ ਸੀਗੇ ਕਿ ਮੇਰੇ ਜਾਣ ਤੋਂ ਬਾਅਦ ਜੇ ਮੇਰੀਆਂ ਸੇਵਾਵਾਂ ਨਾ ਰੁਕਣ ਉਹ ਬੇਟੇ ਨੂੰ ਵੀ ਇਸੇ ਕਾਰਜ 'ਚ ਨਾਲ ਲਾ ਕੇ ਚਲੇ ਗਏ। ਉਹਦੇ ਬਾਰੇ ਕੀ ਕਹਿਣਾ ਚਾਹੋ? ਬਿਲਕੁਲ ਸਹੀ। ਉਹਨਾਂ ਦੇ ਬੇਟੇ ਸਰਦਾਰ ਸੁਰਨਜੀਤ ਸਿੰਘ ਜੀ ਗਿੱਲ ਸਾਡੇ ਸੰਸਥਾ ਦੇ ਟ੍ਰੈਜ਼ਰਰ ਵੀ ਹਨ ਤੇ ਡੈਂਟਲ ਕਾਲਜ ਦੇ ਜੁਆਇੰਟ ਡਾਇਰੈਕਟਰ ਵੀ ਹਨ। ਆਪਣੀ ਬੈਂਕਿੰਗ ਦੀ ਸੇਵਾਵਾਂ ਸਮਾਪਤ ਕਰਨ ਤੋਂ ਬਾਅਦ ਉਹ ਪੂਰਾ ਸਮੇਂ ਸਾਰੇ ਕਾਲਜਾਂ ਨੂੰ ਤੇ ਸਕੂਲਾਂ ਨੂੰ ਦੇ ਰਹੇ ਹਨ ਔਰ ਉਹਦਾ ਨਤੀਜਾ ਹੀ ਹੈ ਕਿ ਸਾਡੇ ਕਾਲਜ ਦੇ ਰਿਜ਼ਲਟਸ, ਅਕੈਡਮਿਕਸ ਤੇ ਹੋਰ ਐਕਟੀਵਿਟੀਆਂ ਬਹੁਤ ਅੱਛੀ ਹੋ ਰਹੀਆਂ। ਉਹਨਾਂ ਦਾ ਵੀ ਬਿਲਕੁਲ ਮੈਂ ਸਮਝਦਾ ਇੱਕ ਜੈਨੇਟਿਕ ਫੈਕਟਰ ਹੈ ਜਾਂ ਇਨਹੈਰੀਟੈਂਸ ਹੈ, ਮਤਲਬ ਜੋ ਪਿਤਾ ਤੇ ਪੁੱਤਰ ਤੋਂ ਸੰਸਕਾਰ ਜਿਹੜੇ ਮਿਲੇ ਹਨ ਉਹ ਰੂਬਰੂ ਉਸੇ ਤਰੀਕੇ ਨਾਲ ਸਰ ਵੀ ਉਸੇ ਤਰੀਕੇ ਨਾਲ ਅਨੁਸ਼ਾਸਨ ਪ੍ਰਸਤ ਹਨ, ਇਨਸਾਫ ਪ੍ਰਸਤ ਹਨ ਤੇ ਐਕਚੁਅਲੀ ਕਰਮ ਯੋਗੀ ਹਨ। ਉਹ ਵਿਸ਼ਵਾਸ ਹੀ ਇਹ ਕਰਦੇ ਹਨ ਵੀ ਜੋ ਕੰਮ ਕਰਦਾ ਹੈ ਉਸ ਨੂੰ ਮੈਂ ਇੰਪੋਰਟੈਂਸ ਦੇਣੀ ਹੈ, ਮੈਂ ਵਿਹਲੇ ਬੈਠੇ ਬੰਦਿਆਂ ਨਾਲ ਕੋਈ ਵਾਸਤਾ ਨਹੀਂ ਰੱਖਣਾ। ਇਹ ਉਹਨਾਂ ਦਾ ਗੱਲ ਮੈਨੂੰ ਬਹੁਤ ਚੰਗੀ ਲੱਗਦੀ ਹੈ। ਜੇ ਅਸੀਂ ਇਹ ਜਗ 'ਚ ਆਏ ਹਾਂ ਸਾਨੂੰ ਕੰਮ ਕਰਨਾ ਹੀ ਪਵੇਗਾ। ਵਿਹਲੇ ਬੈਠ ਕੇ ਕੋਈ ਤਰੱਕੀ ਅਸੀਂ ਸੋਚ ਨਹੀਂ ਸਕਦੇ। ਤਾਂ ਅਸੀਂ ਗਿੱਲ ਸਾਹਿਬ ਦੀ ਜਿਹੜੀ ਸੋਚ ਹੈ ਇੱਕ ਨਵੇਕਲੀ ਆਧੁਨਿਕ ਸੋਚ ਹੈ, ਉਹ ਜਿਹੜੀ ਅੱਜ ਕੱਲ੍ਹ ਦੀ ਮਾਡਰਨ ਕਨਸੈਪਟਸ ਹੈਗੇ ਹੈ ਉਸ ਨੂੰ ਸਾਡੇ ਕਾਲਜ 'ਚ ਲੈ ਆਉਣ 'ਚ ਸਾਡੀ ਬਹੁਤ ਮਦਦ ਕਰ ਰਹੇ ਹੈ। ਚਾਹੇ ਉਹ ਜਿਮ ਹੈ ਜਾਂ ਹੋਸਟਲ ਦੀ ਹੈਗੀ ਹੈ, ਅਕੈਡਮਿਕਸ ਦੀ ਹੈਗੀ ਹੈ, ਹਰ ਜਗ੍ਹਾ ਦੇ ਵਿੱਚ ਉਹਨਾਂ ਦਾ ਇੱਕ ਰੂਪ ਦਿਖਦਾ ਹੈ ਕਿ ਇਹ ਗੱਲ ਪਿਤਾ ਤੋਂ ਬੇਟੇ 'ਚ ਸੰਸਕਾਰ ਆਏ।